ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਫੋਕਸ ਦੇ ਵਿੱਚ ਸਵਾਗਤ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਡ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਉਹ ਮਸਲੇ ਲੈਂਦੇ ਹਾਂ ਜਿਹੜੇ ਬਿਲਕੁਲ ਤਾਜ਼ਾ ਹੁੰਦੇ ਨੇ ਅਤੇ ਅੱਜ ਉਹਨਾਂ ਮਸਲਿਆਂ ਨਾਲ ਤੁਹਾਡੀ ਸਾਂਝ ਪਾਵਾਂਗੇ। ਅਤੇ ਮੈਂ ਅੱਜ ਉਹ ਮਸਲਾ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਾਂਗਾ ਜਿਹੜਾ ਪੰਜਾਬ ਵਿੱਚ ਬਿਲਕੁਲ ਇਸ ਵੇਲੇ ਪੱਖਿਆ ਮਸਲਾ ਹੈ। ਦੱਸੋ ਜੀ, ਕਿਹੜਾ ਮਸਲਾ ਭਲਾ? ਜੀ ਬਲਕਾਰ ਜੀ, ਆਪਾਂ ਅਮਰੀਕਾ ਤੋਂ ਸਟਾਰਟ ਕਰੀਏ। ਜ਼ਰੂਰ। ਕਿ ਸਕੂਲਾਂ ਦੇ ਵਿੱਚ ਨਾ ਬੁਲੇਟ ਪ੍ਰੂਫ ਰੂਮ ਬਣਾਏ ਜਾ ਰਹੇ ਨੇ। ਹਾਂ। ਰੈਪਿਡ ਡਿਪਲੋਏ ਸੇਫ ਰੂਮ, ਤਾਂ ਕਿ ਸੁਰੱਖਿਆ ਦਾ ਧਿਆਨ ਰੱਖਿਆ ਜਾਏ ਬੱਚਿਆਂ ਦੀ, ਟੀਚਰਸ ਦੀ, ਕਿਉਂਕਿ ਪਹਿਲਾਂ ਵੀ ਅਸੀਂ ਦੇਖਦੇ ਹਾਂ ਕਈ ਵਾਰ ਐਸੇ ਇੰਸੀਡੈਂਟਸ ਹੋਏ ਨੇ, ਗੋਲੀ ਚੱਲ ਗਈ। ਇਹ ਸਭ ਗੱਲਾਂ ਦਾ ਧਿਆਨ ਰੱਖਦੇ ਹੋਏ ਸਰਕਾਰ ਇਹ ਉਪਰਾਲਾ ਕਰ ਰਹੀ ਹੈ। ਹਾਂ, ਸਾਡੇ ਦਰਸ਼ਕਾਂ ਨੂੰ ਪਤਾ ਹੈ ਕਿ ਖਾਸ ਤੌਰ 'ਤੇ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਕੁਝ ਕੁ ਸਮੇਂ 'ਚ ਵਾਰਦਾਤਾਂ ਹੋਈਆਂ, ਉਹਨਾਂ ਵਿੱਚ ਖਾਸ ਤੌਰ 'ਤੇ ਸਕੂਲਾਂ ਦੇ ਬੱਚਿਆਂ ਨੂੰ ਤੰਗ ਕੀਤਾ ਜਾ ਰਿਹਾ। ਔਰ ਇੱਕ ਏਰੀਏ 'ਚ ਵੀ ਇਹਨਾਂ ਨੇ 20 ਬੱਚਿਆਂ ਨੂੰ ਮਾਰ ਦਿੱਤਾ ਸੀ। ਉਹਨਾਂ ਦੀ ਸਿਕਿਉਰਿਟੀ ਵੀ ਉਹਨਾਂ ਨੇ ਖਤਮ ਕੀਤੀ ਔਰ ਉਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਗਿਆ। ਅਤੇ ਇਸ ਤਰ੍ਹਾਂ ਹੁਣ ਉੱਥੋਂ ਦੀ ਸਰਕਾਰ ਨੇ ਸੋਚਿਆ ਕਿ ਉਹ ਕੁਛ ਇਸ ਤਰ੍ਹਾਂ ਦਾ ਸਿਕਿਉਰਿਟੀ ਦਿੱਤੀ ਜਾਵੇ, ਇਸ ਤਰ੍ਹਾਂ ਦੀ ਸੁਰੱਖਿਆ ਦਿੱਤੀ ਜਾਵੇ ਜਿਸ ਵਿੱਚ ਬੱਚੇ ਖਾਸ ਤੌਰ 'ਤੇ ਬੜੀ ਸ਼ਾਂਤੀ ਨਾਲ ਪੜ੍ਹਨ ਅਤੇ ਮਾਪਿਆਂ ਨੂੰ ਕੋਈ ਉਹਨਾਂ ਦਾ ਬਹੁਤ ਜ਼ਿਆਦਾ ਕੋਈ ਚਿੰਤਾ ਨਾ ਹੋਵੇ। ਉਹਨਾਂ ਨੇ ਹੁਣ ਇਸ ਤਰ੍ਹਾਂ ਦੇ ਬੁਲਟ ਪ੍ਰੂਫ ਸਕੂਲਾਂ ਦੇ ਕਮਰੇ ਬਣਾ ਦਿੱਤੇ ਆ, ਜਿਨ੍ਹਾਂ ਵਿੱਚ ਉਹਨਾਂ ਦਾ ਬੁਲਟ ਪ੍ਰੂਫ ਕਮਰਿਆਂ ਵਿੱਚ ਇਸ ਤਰ੍ਹਾਂ ਦੇ ਬੋਰਡ ਲੱਗੇ ਹੋਣਗੇ ਜਿਹੜੇ ਵਾਈਟ ਕਲਰ ਦੇ ਹੋਣਗੇ। ਫਿਰ ਜਦੋਂ ਕੋਈ ਐਮਰਜੈਂਸੀ ਹੋਈ ਤਾਂ ਉਹਦੇ ਵਿੱਚ ਕਨਵਰਟ ਹੋ ਜਾਣਗੇ। ਔਰ ਉਹਦੇ ਵਿੱਚ ਇਹ ਹੈ ਤਾਂ ਕੋਈ ਲੋਕਾਂ ਨੇ ਇਹਦੀ ਆਲੋਚਨਾ ਵੀ ਕੀਤੀ ਹੈ ਕਿ ਬਹੁਤ ਖਰਚਾ ਕੀਤਾ ਗਿਆ, ਕਿਉਂ ਨਹੀਂ ਗਨ ਕਲਚਰ ਨੂੰ ਸਮਾਪਤ ਕੀਤਾ ਜਾਂਦਾ। ਔਰ ਉਹਦੇ ਵਿੱਚ ਜਿਹੜੇ ਲਾਇਸੈਂਸ ਦਿੱਤੇ ਜਾ ਰਹੇ ਆ ਉਹਨਾਂ 'ਤੇ ਕਿਉਂ ਨਹੀਂ ਪਾਬੰਦੀ ਲਾਈ ਗਈ। ਕੁਝ ਤਾਂ ਲੋਕਾਂ ਨੇ ਆਲੋਚਨਾ ਕੀਤੀ ਆ, ਪਰ ਸਰਕਾਰ ਨੇ ਫੌਰੀ ਤੌਰ 'ਤੇ ਇਹ ਐਕਸ਼ਨ ਲੈ ਲਿਆ ਕਿ ਜਦੋਂ ਬੱਚਿਆਂ ਦੇ ਐਗਜ਼ਾਮ ਨੇੜੇ ਆਉਂਦੇ ਆ, ਬੱਚੇ ਸਕੂਲਾਂ ਵਿੱਚ ਪੜ੍ਹਦੇ ਆ, 24 ਆਵਰ ਬੱਚੇ ਉੱਥੇ ਸਕੂਲਾਂ 'ਚ ਰਹਿੰਦੇ ਆ। ਕੁਝ ਬੱਚੇ ਉਹਦੇ ਵਿੱਚ ਰਹਿੰਦੇ ਵੀ ਆ, ਰਿਹਾਇਸ਼ ਵੀ ਹੈਗੀ ਆ, ਅਤੇ ਉਹਨਾਂ ਦੇ ਲਈ ਇਹ ਖਤਰਾ ਬਣਿਆ ਰਹਿੰਦਾ। ਛੋਟੇ ਬੱਚੇ ਹੁੰਦੇ ਆ। ਐਲੀਮੈਂਟਰੀ ਸਕੂਲਾਂ ਦੇ ਵਿੱਚ ਵੈਸੇ ਇਹਨਾਂ ਨੇ ਇਹ ਜਿਹੜੀ ਸਕੀਮ ਤਿਆਰ ਕੀਤੀ ਆ, ਇਹ ਜਿਹੜੀ ਹੈਗੀ ਆ, ਇਹ ਸੇਫ ਕਮਰੇ ਬਣਾਏ ਆ ਜਿਨ੍ਹਾਂ ਕਮਰਿਆਂ ਦੇ ਵਿੱਚ ਬੱਚੇ ਪੜ੍ਹਨਗੇ। ਔਰ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਵਾਰਦਾਤ ਹੋਏਗੀ ਉਹਨਾਂ 'ਚ ਬੁਲਟ ਪ੍ਰੂਫ ਹੈ, ਉਹਨਾਂ 'ਚ ਕੋਈ ਗੋਲੀ ਨਹੀਂ ਲੱਗੂਗੀ, ਕੁਛ ਵੀ ਨਹੀਂ ਹੋਊਗਾ। ਬੱਚੇ ਪੂਰੀ ਤਰ੍ਹਾਂ ਸ਼ਾਂਤੀ ਨਾਲ ਪੜ੍ਹ ਸਕਦੇ ਆ, ਕਿਉਂਕਿ ਖੰਨਾ ਜੀ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦਾ ਰੌਲਾ ਪੈਂਦਾ ਤਾਂ ਬੱਚਿਆਂ ਦੀ ਜਿਹੜੀ ਸ਼ਾਂਤੀ ਭੰਗ ਹੁੰਦੀ ਹੈ, ਤਾਂ ਕਨਸਨਟ੍ਰੇਸ਼ਨ ਨਹੀਂ ਰਹਿੰਦੀ ਦਿਮਾਗ ਦੀ। ਔਰ ਇਸ ਕਰਕੇ ਉਹਨਾਂ ਨੂੰ ਪੜ੍ਹਨ ਲਈ ਸ਼ਾਂਤੀ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਰਵਿੰਦਰਨਾਥ ਟੈਗੋਰ ਨੇ ਸ਼ਾਂਤੀ ਨਿਕੇਤਨ ਬਣਾਇਆ ਸੀ, ਉਹਦੇ ਵਿੱਚ ਬੱਚਿਆਂ ਨੂੰ ਖੁੱਲ੍ਹੇਆਮ ਬੜੇ ਪੀਸਫੁਲ ਤਰੀਕੇ ਨਾਲ ਪੜ੍ਹਾਇਆ ਜਾਂਦਾ ਸੀਗਾ ਔਰ ਕੋਈ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ। ਔਰ ਬੱਚੇ ਡਿਸਿਪਲਿਨ 'ਚ ਰਹਿੰਦੇ ਆ, ਬੱਚੇ ਬੜੇ ਅਨੁਸ਼ਾਸਨ 'ਚ ਰਹਿ ਕੇ ਪੜ੍ਹ ਸਕਦੇ ਆ। ਔਰ ਇਸ ਤਰ੍ਹਾਂ ਹੈਗਾ ਕਿ ਬਾਹਰਲੇ ਦੇਸ਼ਾਂ 'ਚ ਵੀ ਅਮਰੀਕਾ 'ਚ ਪੜ੍ਹਨ ਲਈ ਜਾ ਰਹੇ ਆ। ਚਾਹੇ ਕੈਨੇਡਾ ਪੜ੍ਹਾਈ ਦੇ ਮਾਮਲੇ 'ਚ ਸਭ ਤੋਂ ਅੱਗੇ ਆ ਔਰ ਅਮਰੀਕਾ ਸੁਪਰ ਕੰਟਰੀ ਆ ਔਰ ਫਾਈਨੈਂਸ਼ੀਅਲ ਲੈਵਲ 'ਤੇ ਸਭ ਤੋਂ ਉੱਪਰ ਹੈ। ਔਰ ਉਹਦੇ ਵਿੱਚ ਜ਼ਿਆਦਾ ਲੋਕਾਂ ਦੀ ਆਮਦ ਹੁੰਦੀ ਹੈ ਉੱਥੇ ਰਹਿਣ ਦੀ, ਠਹਿਰਨ ਦੀ, PR ਲੈਣ ਦੀ। ਔਰ ਜਿਹੜੇ ਛੋਟੇ ਸਕੂਲ ਹੈ ਇਹਨਾਂ ਵਿੱਚ ਤਾਂ ਬੱਚੇ ਉੱਥੋਂ ਦੇ ਲੋਕ ਪੜ੍ਹਦੇ ਆ, ਸਾਡੇ ਪ੍ਰਵਾਸੀ ਭਾਰਤੀਆਂ ਦੇ ਬੱਚੇ ਪੜ੍ਹਦੇ ਆ, NRIs ਦੇ ਬੱਚੇ ਵੀ ਉੱਥੇ ਪੜ੍ਹਦੇ ਆ। ਹਰ ਤਰ੍ਹਾਂ ਦੇ ਸਕੂਲ ਹੈ, ਪਰ ਇਹ ਖਾਸ ਤੌਰ 'ਤੇ ਵੇਖਣ ਵਿੱਚ ਆਇਆ ਗਿਆ ਕਿ ਜਿਹੜੇ 50 ਸਟੇਟ ਨੇ ਉਹਨਾਂ ਵਿੱਚ ਜਿੱਥੇ ਜਿੱਥੇ ਵੀ ਇਹ ਸੂਬੇ ਆ, ਜਿੱਥੇ ਜਿੱਥੇ ਸਕੂਲ ਹੈਗੇ ਆ, ਛੋਟੇ ਬੱਚਿਆਂ ਨੂੰ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਤੰਗ ਕਰਦੇ ਰਹੇ ਆ। ਪਤਾ ਨਹੀਂ ਕਿਸ ਤਰ੍ਹਾਂ ਦਾ ਦਿਮਾਗ ਹੈਗਾ ਜਿਹੜੇ ਇਹ ਕੰਮ ਕਰ ਰਹੇ ਆ ਕਿ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਬੱਚੇ ਤਾਂ ਰੱਬ ਦਾ ਰੂਪ, ਇਹਨਾਂ ਨੂੰ ਕਿਉਂ ਮਾਰਨਾ। ਔਰ ਬੱਚੇ ਆਪਣਾ ਜੀਵਨ ਜਿਹੜਾ ਉੱਚਾ ਚੁੱਕਣ ਲਈ ਪੜ੍ਹ ਰਹੇ ਆ। ਉਹਨਾਂ ਦੀ ਜ਼ਿੰਦਗੀ ਬਣਨੀ ਆ, ਉਹਨਾਂ ਦੀ ਪਰਸਨੈਲਿਟੀ ਬਣਨੀ ਆ, ਉਹਨਾਂ ਨੇ ਹੀ ਦੇਸ਼ ਦੇ ਪ੍ਰੈਜ਼ੀਡੈਂਟ ਬਣਨਾ ਹੁੰਦਾ, ਉਹਨਾਂ ਨੇ ਦੇਸ਼ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣੀ ਹੁੰਦੀ ਆ। ਔਰ ਉਹਨਾਂ ਦੇ ਜਿਹੜੇ ਨੁਕਸਾਨ ਨੂੰ ਭਰਨ ਲਈ ਸਰਕਾਰ ਨੇ ਬਹੁਤ ਵਧੀਆ ਐਕਸ਼ਨ ਲਿਆ। ਔਰ ਇਹਦੇ ਵਿੱਚ ਜਿਹੜੇ ਉਹਨਾਂ ਨੇ ਬੁਲਟ ਪ੍ਰੂਫ ਬਣਾ ਦਿੱਤੇ ਆ, ਜਿਸ ਤਰ੍ਹਾਂ ਗੱਡੀਆਂ ਬੁਲਟ ਪ੍ਰੂਫ ਹੁੰਦੀਆਂ ਜਿਹਦੇ ਵਿੱਚ ਤੁਸੀਂ ਉਹ ਸ਼ੀਸ਼ੇ ਇਸ ਤਰ੍ਹਾਂ ਦੇ ਲਾਏ ਜਾਂਦੇ ਆ, ਉਹਦਾ ਜਿਹੜੀ ਚੈਸੀ ਜਾਂ ਉਹਦੇ ਵਿੱਚ ਜੋ ਉਹਦੀ ਸਾਰਾ ਕੁਝ ਬਣਾਇਆ ਜਾਂਦਾ ਚੱਲਣ ਲਈ, ਉਹਦੇ ਵਿੱਚ ਉਹ ਸਾਰਾ ਗੋਲੀ ਨਹੀਂ ਲੱਗ ਸਕਦੀ। ਔਰ ਇਸੇ ਤਰ੍ਹਾਂ ਹੀ ਬੁਲਟ ਪ੍ਰੂਫ ਜਿਹੜੇ ਹੈਗੇ ਆ ਲੋਕਾਂ ਦੇ ਆਪਣੇ ਕਵਚ ਵੀ ਪਾਉਂਦੇ ਲੜਨ ਦੇ ਟਾਈਮ 'ਤੇ। ਜਦੋਂ ਸਿਪਾਹੀ ਲੜਦੇ ਆ ਉਹਨਾਂ 'ਚ ਬੁਲਟ ਪ੍ਰੂਫ ਕੱਪੜੇ ਹੁੰਦੇ ਆ, ਉਹਦੇ ਵਿੱਚ ਗੌਨ ਹੁੰਦੇ ਆ, ਉਹਦੇ ਵਿੱਚ ਗੋਲੀ ਨਹੀਂ ਜਾ ਸਕਦੀ। ਔਰ ਇਹ ਅੱਛਾ ਕੀਤਾ ਕਿ ਬੱਚੇ ਘੱਟੋ ਘੱਟ ਆਪਣੀ ਚੰਗੀ ਜ਼ਿੰਦਗੀ ਬਣਾਉਣ ਲਈ ਵਧੀਆ ਤਰੀਕੇ ਨਾਲ ਪੜ੍ਹ ਸਕਦੇ ਆ। ਔਰ ਇਸ ਤਰ੍ਹਾਂ ਜਿਹੜੀ ਲੋਕਾਂ ਨੇ ਆਲੋਚਨਾ ਕੀਤੀ ਉਹ ਵੀ ਇੱਕ ਤਰੀਕੇ ਨਾਲ ਬਿਹਤਰ ਹੈਗੀ। ਉਹਨਾਂ ਨੇ ਕਿਹਾ ਕਿ ਪੈਸਾ ਇਸ ਤਰ੍ਹਾਂ ਬਰਬਾਦ ਨਹੀਂ ਹੋਣਾ ਚਾਹੀਦਾ, ਤਾਂ ਕਿ ਉੱਥੋਂ ਦਾ ਗਨ ਕਲਚਰ ਨੂੰ ਕੰਟਰੋਲ ਕਰਨਾ ਚਾਹੀਦਾ। ਹੁਣ ਨਾਲ ਲੱਗਦਾ ਹੈ ਵਸਦਾ ਕੈਨੇਡਾ ਹੈਗਾ। ਕੈਨੇਡਾ 'ਚ ਇਸ ਤਰ੍ਹਾਂ ਦਾ ਕਦੀ ਕੋਈ ਵਾਰਦਾਤ ਨਹੀਂ ਹੋਈ, ਕਿਉਂਕਿ ਜਦੋਂ ਦੇ ਜਸਟਿਨ ਟਰੂਡੋ ਜੀ ਆਏ ਨੇ ਉੱਥੇ, ਉਹਨਾਂ ਨੇ ਇਸ ਤਰੀਕੇ ਨੂੰ ਪਿਆਰ ਨਾਲ ਵੀ ਲੋਕਾਂ ਨੂੰ ਸਮਝਾਤਾ, ਬੜੇ ਤਰੀਕੇ ਨਾਲ ਵੀ ਕਹਿ ਦਿੱਤਾ ਵਾ। ਔਰ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰੀ ਇੱਦਾਂ ਦੀ ਵਾਰਦਾਤ ਹੋਈ ਸੀ, ਮਸਜਿਦ ਦੇ ਵਿੱਚ ਗੋਲੀ ਚੱਲੀ ਸੀ
ਔਰ ਉਦੋਂ ਉੱਥੇ ਜੈਸਿਕਾ ਵਾਰਡਨ ਜਿਹੜੀ ਸੀ ਉਹ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਖੁਦ ਜਾ ਕੇ ਸਿਕਿਉਰਿਟੀ ਨੂੰ ਕਹਿ ਦਿੱਤਾ ਕਿ ਤੁਸੀਂ ਹੁਣ ਤਰੀਕੇ ਨਾਲ ਸਖਤੀ ਨਾਲ ਲੋਕਾਂ ਨਾਲ ਵਰਤੋ, ਤਾਂ ਕਿ ਲੋਕ ਜਿਹੜੇ ਆ ਉਹਨਾਂ ਨੂੰ ਪਤਾ ਲੱਗ ਜੇ ਕਿ ਇਸ ਤਰ੍ਹਾਂ ਦਾ ਕੰਮ ਕਰਨਾ ਗਲਤ ਹੁੰਦਾ। ਹੁਣ ਤੁਸੀਂ ਅਰਬ ਕੰਟਰੀ 'ਚ ਚੱਲ ਜਾਓ, ਉੱਥੇ ਸਜ਼ਾਵਾਂ ਇੰਨੀਆਂ ਸਖਤ ਹੈਗੀਆਂ, ਕੋਈ ਵੀ ਤੁਸੀਂ ਕਦੀ ਵਾਰਦਾਤ ਬਹੁਤ ਘੱਟ ਸੁਣੋਗੇ। ਜਦੋਂ ਵੀ ਬੱਚਿਆਂ ਦੇ ਬਾਰੇ, ਔਰਤਾਂ ਦੇ ਲਈ ਜਾਂ ਕੋਈ ਬਜ਼ੁਰਗਾਂ ਲਈ ਕਿਸੇ ਨੂੰ ਇੰਨਾ ਤੰਗ ਨਹੀਂ ਕੀਤਾ ਜਾਂਦਾ, ਕਿਉਂਕਿ ਉੱਥੇ ਸਜ਼ਾ ਹੀ ਇੰਨੀ ਜ਼ਿਆਦਾ ਸਖਤ ਹੁੰਦੀ ਹੈ। ਹੁਣ ਜਿੱਥੇ ਜਿੱਥੇ ਡੈਮੋਕ੍ਰੇਸੀ ਹੈ, ਇੱਥੇ ਸਜ਼ਾਵਾਂ ਥੋੜ੍ਹੀਆਂ ਥੋੜ੍ਹੀਆਂ ਜਲਦ ਨਹੀਂ ਮਿਲਦੀਆਂ ਔਰ ਥੋੜ੍ਹਾ ਟਾਈਮ ਲੱਗਦਾ, ਜੁਡੀਸ਼ਰੀ ਕੋ ਵਿਟਨੈਸ ਨਹੀਂ ਹੁੰਦੀਆਂ। ਜੇ ਗਵਾਹੀਆਂ ਨਹੀਂ ਤਾਂ ਬਿਲਕੁਲ ਚੰਗੀ ਤਰ੍ਹਾਂ ਹੀ ਵਾਪਸ ਆ ਕੇ ਤਾਂ ਗ੍ਰਿਫਤ 'ਚ ਨਹੀਂ ਆਉਂਦੇ, ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਤਾਂ ਉਹ ਵਾਪਸ ਆ ਕੇ ਉਹਨਾਂ ਦਾ ਕੇਸ ਨਹੀਂ ਚੱਲਦਾ। ਔਰ ਇਹ ਡੈਮੋਕ੍ਰੇਸੀ ਹੁੰਦਾ। ਜਿੱਥੇ ਪ੍ਰੈਜ਼ੀਡੈਂਸ਼ੀਅਲ ਗੌਰਮੈਂਟ ਆ, ਜਿੱਥੇ ਪ੍ਰਧਾਨਾਤਮਕ ਸਰਕਾਰ ਹੈ, ਜਿੱਥੇ ਪ੍ਰੈਜ਼ੀਡੈਂਟ ਦਾ ਰੂਲ ਹੁੰਦਾ, ਉੱਥੇ ਕੁਇਕ ਫੈਸਲੇ ਹੁੰਦੇ ਆ। ਉੱਥੇ ਘੱਟੋ ਘੱਟ ਜਿਸ ਤਰ੍ਹਾਂ ਚੀਫ ਮੈਜਿਸਟ੍ਰੇਟ ਜਾ ਕੇ ਬਹਿ ਕੇ ਜੁਡੀਸ਼ਰੀ 'ਚ ਬਿਆਨ ਦੇ ਦਿੰਦਾ ਜਾਂ ਡਿਸੀਜਨ ਲੈ ਲੈਂਦਾ, ਔਰ ਉਸੇ ਤਰ੍ਹਾਂ ਹੀ ਜਿਹੜਾ ਪ੍ਰੈਜ਼ੀਡੈਂਟ ਕੋ ਵੀ ਇਹ ਹੁੰਦਾ ਕਿ ਉਹ ਖਾਸ ਤੌਰ 'ਤੇ ਹੁਕਮ ਕਰ ਸਕਦਾ ਕਿ ਇਹਨੂੰ ਇਸ ਤਰ੍ਹਾਂ ਨਜਿੱਠਿਆ ਜਾਵੇ। ਇਸੇ ਕਰਕੇ ਹੀ ਹੁਣ ਇਹ ਸਾਰੇ ਜਿਹੜੇ ਮਾਪੇ ਨੇ ਉਹ ਸੁੱਖ ਦੀ ਨੀਂਦ ਸੌਣਗੇ। ਸੁੱਖ ਦੀ ਨੀਂਦ ਵੀ ਸੌਣ ਨਾਲ ਨਾ, ਇੱਕ ਜਿੱਦਾਂ ਕਹਿੰਦੇ ਨੇ ਨਾ ਸਾਈਕੋਲੋਜੀਕਲ ਟ੍ਰੀਟਮੈਂਟ, ਜ਼ਰੂਰ, ਹਾਂ, ਮੋਟੀਵੇਸ਼ਨ ਟ੍ਰੀਟਮੈਂਟ। ਜਿਹੜੇ ਲੋਕ ਸਾਈਕੋਲੋਜੀਕਲੀ ਪ੍ਰੋਬਲਮਸ ਫੇਸ ਕਰ ਰਹੇ ਨੇ, ਪ੍ਰੈਸ਼ਰ ਹੈਗਾ, ਦਿਮਾਗੀ ਤਵਾਜ਼ੁਨ ਖੋ ਬੈਠੇ ਨੇ, ਸਕੂਨ ਨਹੀਂ ਹੈਗਾ, ਉਹਨਾਂ ਵਾਸਤੇ ਕੋਈ ਸਪੈਸ਼ਲ ਕਲਾਸਿਸ ਹੋਣ, ਕੋਈ ਸਪੈਸ਼ਲ ਇੱਦਾਂ ਦੀਆਂ ਚੀਜ਼ਾਂ ਉਹਨਾਂ ਦੀ ਮਾਨਸਿਕ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀਆਂ ਜਾਣ, ਤਾਂ ਕਿ ਜੋ ਇਹ ਲੋਕ ਦਿਮਾਗੀ ਤੌਰ 'ਤੇ ਬਿਮਾਰ ਨੇ ਤੇ ਉਹਨਾਂ ਦੇ ਹੱਥ 'ਚ ਗਨ ਹੈ ਤੇ ਉਹ ਲੋਕਾਂ ਨੂੰ ਮਾਰਦੇ ਨੇ, ਉਹਨਾਂ ਦਾ ਕੀ ਇਲਾਜ ਹੈ। ਕਿਉਂਕਿ ਇਹ ਮਾਹੌਲ ਜਦੋਂ ਇੰਨਾ ਜ਼ਿਆਦਾ ਪ੍ਰੈਸ਼ਰ ਵਾਲਾ ਹੈ ਔਰ ਮੀਡੀਆ ਦੇ ਵਿੱਚ ਵਾਇਲੈਂਸ ਹੈ, ਮੀਡੀਆ ਦੇ ਵਿੱਚ ਮਰਿਆਦਾਹੀਨ ਗੱਲਾਂ ਵੀ ਨੇ, ਠੀਕ ਹੈ, ਉਹ ਸਾਡੇ ਦਿਮਾਗ ਦੇ ਉੱਤੇ ਨੈਗੇਟਿਵ ਇਫੈਕਟ ਪਾਉਂਦੀਆਂ ਨੇ। ਇੱਕ ਸਮਾਜ ਦਾ ਮਾਹੌਲ ਸਿਰਜਣਾਤਮਕ ਹੋਣਾ ਚਾਹੀਦਾ ਹੈ, ਕ੍ਰੀਏਟਿਵ ਹੋਣਾ ਚਾਹੀਦਾ ਹੈ, ਪੋਜ਼ਿਟਿਵ ਹੋਣਾ ਚਾਹੀਦਾ ਹੈ। ਬੰਦੇ ਦੇ ਉੱਤੇ ਕੰਮ ਕਰੋ, ਬੰਦੇ ਦੀ ਸਾਈਕੋਲੋਜੀ ਦੇ ਉੱਤੇ, ਬੰਦੇ ਦੀ ਨੇਚਰ ਦੇ ਉੱਤੇ ਕੰਮ ਕਰੋ, ਤਾਂ ਕਿ ਉਹ ਇੱਕ ਸਹੀ ਸ਼ਖਸੀਅਤ ਦਾ ਮਾਲਿਕ ਹੋਵੇ, ਇੱਕ ਸਹੀ ਸੋਚ ਦਾ ਮਾਲਿਕ ਹੋਵੇ। ਤਾਂ ਉਹਦੇ ਹੱਥ 'ਚ ਜੇ ਹਥਿਆਰ ਹੋਏਗਾ ਵੀ ਨਾ, ਤਾਂ ਉਹਦਾ ਗਲਤ ਇਸਤੇਮਾਲ ਨਹੀਂ ਕਰੇਗਾ, ਕਿਉਂਕਿ ਉਹਦੀ ਸੋਚ ਸਹੀ ਹੈ। ਜਿਵੇਂ ਆਪਾਂ ਹੁਣ ਮੈਂ ਆਖਰੀ ਇੱਕ ਗੱਲ ਕਹਿੰਦਾ ਹੋਇਆ ਅਗਲੇ ਮਸਲੇ ਤੇ ਜਾਣਾ, ਜਿਵੇਂ ਦਸ਼ਮੇਸ਼ ਪਿਤਾ ਨੇ ਸਮਝਾਇਆ, ਸੰਤ ਸਿਪਾਹੀ, ਪਹਿਲਾਂ ਸੰਤ ਸੋਚ ਫਿਰ ਸਿਪਾਹੀ। ਸਿਪਾਹੀ ਸੰਤ ਨਹੀਂ ਕਿਹਾ, ਸੰਤ ਸਿਪਾਹੀ ਕਿਹਾ ਕਿ ਪਹਿਲਾਂ ਸੋਚ ਸਹੀ ਹੋਵੇ, ਸੰਤ ਵਾਲੀ ਸੋਚ ਹੋਵੇ, ਫਿਰ ਉਹਨੂੰ ਹਥਿਆਰ ਦਿੱਤਾ ਜਾਵੇ, ਤਾਂ ਉਹ ਫਿਰ ਹਥਿਆਰ ਦਾ ਗਲਤ ਇਸਤੇਮਾਲ ਨਹੀਂ ਕਰੇਗਾ। ਫਿਰ ਉਦੋਂ ਹੀ ਇਹ ਕਿਹਾ ਜਾਂਦਾ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੈ। ਉਹ ਹਮੇਸ਼ਾ ਕਮਜ਼ੋਰ ਲੋਕਾਂ ਦੀ ਸਹਾਇਤਾ ਵਾਸਤੇ ਖੜਾ ਹੋਏਗਾ, ਦੂਜਿਆਂ ਦੇ ਉੱਤੇ ਅਟੈਕ ਨਹੀਂ ਕਰੇਗਾ। ਬਿਲਕੁਲ। ਸੋ ਇਹ ਲੋਕਾਂ ਦੀ ਸੋਚ ਦੇ ਉੱਤੇ ਕੰਮ ਕਰਨਾ ਚਾਹੀਦਾ ਅਮਰੀਕਨ ਗਵਰਨਮੈਂਟ ਨੂੰ। ਲੋਕਾਂ ਦੀ ਸੋਚ ਨੂੰ ਕਿੱਦਾਂ ਸਹੀ ਕੀਤਾ ਜਾਵੇ, ਇਹ ਇੱਕ ਬਹੁਤ ਵੱਡਾ ਮਸਲਾ ਹੋਣਾ ਚਾਹੀਦਾ ਹੈ, ਜਿਸ ਦਾ ਸੰਸਦ ਦੇ ਵਿੱਚ ਉੱਥੇ ਚਰਚਾ ਹੋਣੀ ਚਾਹੀਦੀ ਹੈ। ਵੈਸੇ ਨਾਰੋ ਮਾਈਂਡਡ ਆ ਜਿਹੜੀ ਸਾਡੀ ਜਿਹੜੀ ਸੋਚ ਆ, ਉਹਦੇ ਤੇ ਹੀ ਲੋਕ ਜਿਹੜੇ ਉਹ ਕੰਮ ਕਰ ਰਹੇ ਆ, ਜਿਹੜੇ ਇਸ ਤਰ੍ਹਾਂ ਦੀ ਵਾਰਦਾਤਾਂ ਕਰਦੇ ਆ। ਕਿਉਂਕਿ ਬੱਚਿਆਂ ਨੂੰ ਮਾਰਨਾ ਤਾਂ ਬਹੁਤ ਵੱਡਾ ਜ਼ੁਲਮ ਆ, ਬਹੁਤ ਵੱਡਾ ਪਾਪ ਆ। ਔਰ ਬੱਚਿਆਂ ਦੇ ਲਈ ਜਿਹੜੇ ਬੱਚੇ ਉਹਨਾਂ ਦੇ ਆਪਣੇ ਵੀ ਖੇਡ ਦੇ ਬੱਚੇ ਹੈਗੇ ਆ, ਜੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਫੁੱਲਾਂ ਵਰਗੇ ਬੱਚੇ ਹੈਗੇ ਆ, ਇਹਨਾਂ ਦੇ ਚਿਹਰੇ ਇਸ ਤਰ੍ਹਾਂ ਦੇ ਹੈਗੇ ਆ, ਬੱਚੇ ਨੂੰ ਵੇਖ ਕੇ ਤਾਂ ਰੱਬ ਦਾ ਰੂਪ ਯਾਦ ਆ ਜਾਂਦਾ। ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਜੇਕਰ ਇੰਡੀਆ 'ਚ ਆਪਾਂ ਵੇਖਦੇ ਹਾਂ, ਜੇ ਕੰਪੈਰੇਟਿਵਲੀ ਵੇਖਦੇ ਹਾਂ, ਪਰ ਇੱਥੇ ਸਨੈਚਿੰਗ ਹੋਊਗੀ, ਲੜਾਈ ਹੋਊਗੀ, ਜਿਹਦੇ ਵਿੱਚ ਉਹਨਾਂ ਨੇ ਕਬਜ਼ੇ ਲੈਣੇ, ਉਦੋਂ ਲੜਾਈ ਹੁੰਦੀ ਆ। ਇਹ ਨਹੀਂ ਹੁੰਦਾ ਕਿ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਮਾਰ ਦਿਓ, ਕਾਲਜ ਯੂਨੀਵਰਸਿਟੀਆਂ 'ਚ ਜਾ ਕੇ ਬੱਚਿਆਂ ਨੂੰ ਮਾਰ ਦਿਓ। ਇਹ ਬੜੀ ਘਟੀਆ ਗੱਲ ਹੈ ਜਿਹੜੀ ਲੋਕ ਉੱਥੇ ਕਰ ਰਹੇ। ਸੋਹਣੀ ਸੋਚ ਜੀ, ਇਹ ਜਿਹੜੀ ਸੋਹਣੀ ਸੋਚ ਹੈ ਨਾ, ਇਹ ਹਰ ਥਾਂ ਦੇ ਉੱਤੇ ਦੂਸਰਿਆਂ ਵਾਸਤੇ ਸਮੱਸਿਆ ਖੜੀ ਕਰੇਗੀ। ਔਰ ਇਸੇ ਗੱਲ ਨੂੰ ਰਾਹੁਲ ਗਾਂਧੀ ਵੀ ਕਹਿ ਰਹੇ ਨੇ ਕਿ ਜੇ ਭਾਰਤ ਦੇ ਵਿੱਚ ਲੋਕਤੰਤਰ ਕਾਇਮ ਹੈ, ਤੁਸੀਂ ਬਾਰ-ਬਾਰ ਕਹਿੰਦੇ ਹੋ ਭਾਰਤ ਲੋਕਤਾਂਤਰਿਕ ਦੇਸ਼ ਹੈ, ਤੇ ਫਿਰ ਸੰਸਦ ਦੇ ਵਿੱਚ ਹਰੇਕ ਨੂੰ ਬੋਲਣ ਕਿਉਂ ਨਹੀਂ ਦਿੱਤਾ ਜਾਂਦਾ? ਕਿਉਂ ਨੇ ਮਸਲਿਆਂ ਦੇ ਉੱਤੇ ਡਿਬੇਟ ਹੁੰਦੇ, ਡਿਸਕਸ਼ਨਸ ਹੁੰਦੀਆਂ, ਕਿਉਂ ਸੈਸ਼ਨ ਨੂੰ ਕੈਂਸਲ ਕਰ ਦਿੱਤਾ ਜਾਂਦਾ? ਪੋਸਟਪੋਨ ਫਿਰ ਕੈਂਸਲ ਕਰ ਦਿਓ, ਔਰ ਟੈਕਸ ਪੇਅਰਸ ਦੀ ਮਨੀ ਵੇਸਟ ਹੁੰਦੀ ਹੈ ਔਰ ਕਿਸੇ ਮਸਲੇ ਤੇ ਪਹੁੰਚਿਆ ਨਹੀਂ ਜਾਂਦਾ। ਉਹਨੇ ਸੰਸਦ ਕਾਹਦੇ ਵਾਸਤੇ ਬਣਾਈ ਹੈ? ਅਸੀਂ ਚੁਣ ਕੇ ਲੀਡਰਸ ਨੂੰ ਉੱਥੇ ਕਿਉਂ ਭੇਜਦੇ ਹਾਂ ਕਿ ਸਾਡੇ ਮਸਲਿਆਂ ਦੇ ਉੱਤੇ ਚਰਚਾ ਹੋਵੇ, ਪਰ ਉਹ ਚਰਚਾ ਹੀ ਨਹੀਂ ਹੋਣ ਦੇਣੀ, ਗੱਲ ਹੀ ਨਹੀਂ ਹੋਣ ਦੇਣੀ, ਕਿਸੇ ਨੂੰ ਬੋਲਣ ਦਾ ਅਧਿਕਾਰ ਹੀ ਨਹੀਂ ਦੇਣਾ, ਤੇ ਫਿਰ ਲੋਕਤੰਤਰ ਦਾ ਕੀ ਅਰਥ ਰਹਿ ਜਾਂਦਾ ਹੈ? ਰਾਹੁਲ ਗਾਂਧੀ ਇਹਦੇ ਉੱਤੇ ਟਿੱਪਣੀ ਚਾਹੁੰਦੇ ਨੇ। ਹਾਂ, ਰਾਹੁਲ ਗਾਂਧੀ ਜੀ ਜਦੋਂ ਤੋਂ ਇੰਗਲੈਂਡ ਤੋਂ ਵਾਪਸ ਆਏ ਆ, ਉੱਥੇ ਜਾ ਕੇ ਉਹਨਾਂ ਨੇ ਬਹੁਤ ਕੁਝ ਵੇਖਿਆ ਵੀ, ਇੰਟਰਵਿਊ ਵਗੈਰਾ ਵੀ ਦਿੱਤੀਆਂ ਔਰ ਬੋਲੇ ਵੀ ਮੀਡੀਆ 'ਤੇ। ਉਸ ਤੋਂ ਬਾਅਦ ਜਦੋਂ ਇੰਡੀਆ ਵਾਪਸ ਆਏ ਆ ਤੇ ਸੰਸਦ ਦਾ ਸਮਾਗਮ ਚੱਲ ਰਿਹਾ ਸੀਗਾ, ਬਜਟ ਦਾ ਵੀ ਗੱਲ ਸਮਾਗਮ ਸੀਗਾ, ਔਰ ਉਹਦੇ ਵਿੱਚ ਜਦੋਂ ਵੀ ਪਾਰਲੀਮੈਂਟ ਦਾ ਸਮਾਗਮ ਸ਼ੁਰੂ ਹੁੰਦਾ ਉਦੋਂ ਹੀ ਰੌਲਾ ਚੀਕ ਚਹਾੜਾ ਪੈ ਜਾਂਦਾ। ਕੱਲ੍ਹ ਵੀ ਜਿਹੜਾ ਸਮਾਗਮ ਹੋਇਆ ਉਹਦੇ ਵਿੱਚ ਸਿਰਫ 3 ਮਿੰਟ ਤੱਕ ਹੀ ਗੱਲਬਾਤ ਹੋਈ ਆ,
ਉਦੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੈਸ਼ਨ। ਉਹਦੇ ਵਿੱਚ ਕੋਈ ਵੀ ਅੱਗੇ ਕਾਰਵਾਈ ਨਹੀਂ ਪਈ। ਔਰ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਜੇ ਬੋਲਣ ਦੀ ਆਜ਼ਾਦੀ ਨਹੀਂ, ਜੇ ਅਸੀਂ ਆਪਣੇ ਤਰੀਕੇ ਨਾਲ ਆਪਣੇ ਵਿਚਾਰ ਪੇਸ਼ ਨਹੀਂ ਕਰ ਸਕਦੇ ਤਾਂ ਉੱਥੇ ਡੈਮੋਕ੍ਰੇਸੀ ਫਿਰ ਨਾਂ ਦੀ ਹੋਈ। ਕਿਉਂਕਿ ਇੰਗਲੈਂਡ ਤੋਂ ਹੋ ਕੇ ਆਇਆ, ਇੰਗਲੈਂਡ ਦਾ ਜਿਹੜਾ ਕਨਸਟੀਟਿਊਸ਼ਨ ਆ ਅਨਰਿਟਨ ਹੈ, ਲਿਖਤੀ ਦੇ ਵਿੱਚ ਹੀ ਆ, ਉਹ ਲਿਖਿਆ ਨਹੀਂ ਹੈਗਾ। ਪਰ ਉੱਥੇ ਫਿਰ ਵੀ ਲੋਕ ਡਿਸਪਲਿਨ 'ਚ ਬਹਿੰਦੇ ਆ। ਪਾਰਲੀਮੈਂਟ 'ਚ ਕਦੀ ਕੋਈ ਰੌਲਾ ਨਹੀਂ ਪਿਆ, ਚੈਂਬਰ 'ਚ ਕਦੀ ਕੋਈ ਇਸ ਤਰ੍ਹਾਂ ਦਾ ਨੁਕਸਾਨ ਦੇ ਜਿਹੜੇ ਵਿਚਾਰ ਨਹੀਂ ਲੋਕਾਂ ਵੱਲੋਂ ਗਏ। ਔਰ ਜਿੰਨੇ ਵੀ ਸੰਸਦ ਦੇ ਮੈਂਬਰ ਨੇ ਉਹਨਾਂ ਨੇ ਕਦੀ ਵੀ ਇਸ ਤਰ੍ਹਾਂ ਦੀ ਨੁਕਤਾਚੀਨੀ ਨਹੀਂ ਕੀਤੀ। ਔਰ ਹੋ ਸਕਦਾ ਕਿ ਉਹਨਾਂ ਨੂੰ ਉੱਥੋਂ ਦਾ ਜਿਹੜਾ ਚਿਹਰਾ ਮੋਹਰਾ ਵੇਖ ਕੇ ਆਏ ਆ, ਜੋ ਉੱਥੋਂ ਦੀ ਪੋਲੀਟਿਕਸ ਦੇਖ ਕੇ ਆਏ ਆ, ਉਹਨਾਂ ਇੱਥੇ ਆ ਕੇ ਵੇਖਿਆ ਕਿ ਇੱਥੇ ਤੇ ਸਾਡੇ ਜੋ ਕੁਝ ਚੱਲ ਰਿਹਾ ਹੈ ਇਹਦੇ ਵਿੱਚ ਸਾਰਾ ਕੁਝ ਤਾਨਾਸ਼ਾਹ ਵਾਲਾ ਹੀ ਕੰਮ ਚੱਲ ਰਿਹਾ। ਔਰ ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਅਡਾਨੀ ਗਰੁੱਪ ਦੀ ਜਿਹੜੀ ਇਸ ਵੇਲੇ ਰਿਪੋਰਟ ਸੀ, ਜਿਸ 'ਚ ਸਾਂਝੀ ਕਮੇਟੀ ਬਣਨੀ ਸੀ ਪਾਰਲੀਮੈਂਟ ਦੀ, ਉਹਦੇ ਲਈ ਇਹਨਾਂ ਨੇ ਦਰਖਾਸਤ ਦਿੱਤੀ ਸੀ ਕਿ ਤੁਸੀਂ ਸਾਂਝੀ ਕਮੇਟੀ ਬਣਾਓ, ਜਿਹਦੇ ਵਿੱਚ ਇਹਨਾਂ ਦੇ ਨੁਮਾਇੰਦੇ ਵੀ ਹੋਣਗੇ, ਜਿਹਦੇ 'ਚ ਜੁਡੀਸ਼ਰੀ ਦੇ ਨੁਮਾਇੰਦੇ ਵੀ ਹੋਣਗੇ, ਜਿਹਦੇ ਵਿੱਚ ਰੂਲਿੰਗ ਪਾਰਟੀ ਦੇ ਵੀ ਰਿਪਰੈਜ਼ੈਂਟੇਟਿਵ ਹੋਣਗੇ। ਪਰ ਇਹਨਾਂ ਦੀ ਗੱਲ ਉਹ ਨਹੀਂ ਸਿਰੇ ਚੜੀ ਅਤੇ ਉਹ ਮਾਮਲਾ ਉੱਥੇ ਦਾ ਉੱਥੇ ਰਿਹਾ। ਬਾਕਾਇਦਾ ਤੌਰ 'ਤੇ ਇਹਨਾਂ ਨੇ ਕਿਹਾ ਕਿ ਹੋ ਸਕਦਾ ਕਿ ਤਾਂ ਨਹੀਂ ਸੈਸ਼ਨ ਨੂੰ ਅੱਗੇ ਚੱਲਣ ਦਿੰਦੇ ਕਿ ਕਹਿੰਦੇ ਨੇ ਕਿ ਉਸ ਦੀ ਰਿਪੋਰਟ ਨਾ ਮੰਗੀ ਜਾਵੇ ਦੁਬਾਰਾ। ਜੇਕਰ ਅਡਾਨੀ ਗਰੁੱਪ ਦੀ ਕੋਈ ਰਿਪੋਰਟ ਮੰਗੀ ਤਾਂ ਉਹਨਾਂ ਕੋਲ ਜਵਾਬ ਦੇਣਾ ਔਖਾ ਹੋਊਗਾ। ਔਰ ਇਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਹਿੰਦੁਸਤਾਨ ਦੇ ਵਿੱਚ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਲੋਕ ਸਭਾ ਦੀ, ਜਿਹਦੇ ਵਿੱਚ ਇਸ ਤਰ੍ਹਾਂ ਦਾ ਇੱਕ ਰੌਲਾ ਰਿਹਾ, ਜਿਹਦੇ ਵਿੱਚ ਇਸ ਤਰ੍ਹਾਂ ਦੀ ਲੋਕਾਂ ਦੀ ਨੁਕਤਾਚੀਨੀ ਹੋਈ, ਜਿਹੜੇ ਖਾਸ ਤੌਰ 'ਤੇ ਵੋਟਰ ਨੇ ਹਿੰਦੁਸਤਾਨ ਦੇ, ਆਜ਼ਾਦ ਭਾਰਤ ਦੇ ਵਸਨੀਕ ਨੇ, ਜੇ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਫਿਰ ਆਪੋਜੀਸ਼ਨ ਦੀ ਗੱਲ ਕਿੱਥੇ ਸੁਣਨੀ ਹੈ? ਕਿਉਂਕਿ ਰਾਜਨੀਤਿਕ ਕਮੇਟੀ ਪਾਰਟੀ ਇੰਨੀ ਵੱਡੀ ਹੈ, ਨੈਸ਼ਨਲ ਪਾਰਟੀ ਹੈ, ਇਹਨੇ ਹੀ ਉਹਨਾਂ ਨੂੰ ਰੋਕਣਾ ਹੁੰਦਾ ਕਿ ਕਿੱਥੇ ਕੋਤਾਹੀ ਹੋ ਰਹੀ ਹੈ, ਕਿੱਥੇ ਲੋਕਾਂ ਦਾ ਨੁਕਸਾਨ ਹੋ ਰਿਹਾ, ਕਿੱਥੇ ਵਿਕਾਸ ਕਾਰਜ ਨਹੀਂ ਪੂਰੇ ਹੋ ਰਹੇ। ਇਹਨਾਂ ਨੇ ਜਵਾਬ ਮੰਗਣਾ ਉਹਨਾਂ ਕੋਲ। ਪਾਰਲੀਮੈਂਟ ਦੇ ਵਿੱਚ ਇਹੀ ਅੱਗੇ ਜਾ ਕੇ ਉਹਨਾਂ ਦੇ ਖਲੋਂਦੇ ਆ। ਔਰ ਜਿਹੜੀ ਰੂਲਿੰਗ ਪਾਰਟੀ ਉਹ ਕਹਿੰਦੇ ਨੇ ਕਿ ਰਾਹੁਲ ਗਾਂਧੀ ਰਾਹ ਦਾ ਰੋੜਾ ਬਣ ਰਿਹਾ। ਔਰ ਇਹਨਾਂ ਨੇ ਅੱਗੇ ਵਿਕਾਸ ਦੇ ਕਾਰਜਾਂ ਨੂੰ ਚੱਲਣ ਦੇ ਲਈ ਰੋਕ ਲਾਈ ਆ, ਜਿਹਦੇ ਵਿੱਚ ਮਲਕਾ ਰਾਜਨ ਜੀ ਜਿਹੜੇ ਖੜਕੇ ਸਾਹਿਬ ਜਿਹੜੇ ਪ੍ਰਧਾਨ ਨੇ, ਉਹਨਾਂ ਨੇ ਕਿਹਾ ਕਿ ਮਾਫੀ ਕੋਈ ਨਹੀਂ ਮੰਗਣੀ। ਅਸੀਂ ਜਦੋਂ ਵੀ ਸੈਸ਼ਨ ਸ਼ੁਰੂ ਹੁੰਦਾ ਉਦੋਂ ਓਪਨਿੰਗ ਦੇ ਵਿੱਚ ਹੀ ਪਹਿਲੋਂ ਜਾ ਕੇ ਕਹਿ ਦਿੰਦੇ ਸਪੀਕਰ ਸਾਹਿਬ ਵੀ ਪਹਿਲੋਂ ਰਾਹੁਲ ਗਾਂਧੀ ਜੀ ਮਾਫੀ ਮੰਗਣਗੇ, ਫਿਰ ਮਸਲਾ ਅੱਗੇ ਤੁਰੂਗਾ। ਜੇ ਮਸਲਾ ਇੱਥੇ ਖੜਾ ਰਹਿਣ ਦੇਣਾ ਤੇ ਮਾਫੀ ਨਹੀਂ ਮੰਗਣੀ ਫਿਰ ਇਹ ਸੈਸ਼ਨ ਨਹੀਂ ਚੱਲੂਗਾ। ਕਿਉਂਕਿ ਅਜੇ ਇਹਨਾਂ ਨੇ ਵਿੱਤੀ ਵਰ੍ਹਾ ਸ਼ੁਰੂ ਹੋਇਆ, ਉਹਦੇ ਵਿੱਚ ਇਹਨਾਂ ਨੇ ਬਜਟ ਵੀ ਪੇਸ਼ ਹੋਣਾ, ਉਹਦੇ ਵਿੱਚ ਬੜਾ ਕੁਛ ਅਜੇ ਸਾਰੇ ਮਸਲੇ ਡਿਸਕਸ ਹੋਣੇ ਆ। ਔਰ ਮੰਤਰੀ ਮੰਡਲ ਦੀਆਂ ਬੈਠਕਾਂ ਵਾਰ-ਵਾਰ ਹੋਣੀਆਂ। ਫਾਈਨਾਂਸ ਮਿਨਿਸਟਰ ਇਸ ਵੇਲੇ ਬਜਟ ਬਣਾ ਕੇ ਬੈਠੇ ਨੇ ਔਰ ਦਿਨ ਤੇ ਰਹਿ ਗਏ ਥੋੜ੍ਹੇ, ਅਤੇ ਇਹਦੇ ਵਿੱਚ ਅਜੇ ਤੱਕ ਕੋਈ ਵੀ ਕਿਸੇ ਵੀ ਗੱਲ ਸਿੱਟੇ 'ਤੇ ਨਹੀਂ ਪਹੁੰਚੀ। ਰਾਹੁਲ ਗਾਂਧੀ ਦੇ ਆਉਣ ਨਾਲ ਹਫੜਾ ਦਫੜੀ 'ਤੇ ਗਈ ਪੈ ਪੂਰੇ ਇੰਡੀਆ 'ਚ। ਔਰ ਜਿਹੜੀ ਆਪੋਜੀਸ਼ਨ ਦੇ ਤੌਰ 'ਤੇ ਕੰਮ ਕਰ ਰਹੇ ਇਹਨਾਂ ਦੇ ਨਾਲ ਬਾਕੀ ਪਾਰਟੀਆਂ ਵੀ ਰਲ ਗਈਆਂ। ਉਹ ਵੀ ਪਾਰਟੀ ਇਹਨਾਂ ਦੇ ਨਾਲ ਇੱਕ ਵੱਡਾ ਗਠਬੰਧਨ ਬਣਾ ਲਿਆ, ਗੱਠਜੋੜ ਬਣਾ ਲਿਆ, ਕਿਉਂਕਿ ਉਹਨਾਂ ਨੂੰ ਪਤਾ ਇਲੈਕਸ਼ਨ ਆ ਰਹੀ ਆ। ਉਹਦੇ ਵਿੱਚ ਜਿਹੜੀਆਂ ਖੇਤਰੀ ਪਾਰਟੀਆਂ ਵੀ ਆ ਗਈਆਂ ਤੇ ਖੰਨਾ ਜੀ ਬਾਕੀ ਜਿਹੜੀਆਂ ਪਾਰਟੀਆਂ ਦੇ ਨੁਮਾਇੰਦੇ ਆ ਉਹ ਵੀ ਇਹਨਾਂ ਨਾਲ ਰਲ ਗਏ ਆ। ਹੁਣ ਇਹਦੇ ਵਿੱਚ ਜਿਹੜੀ ਰੂਲਿੰਗ ਪਾਰਟੀ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹਨਾਂ ਨੂੰ ਇਹ ਪਤਾ ਲੱਗਾ ਕਿ ਇਹ ਤਾਂ ਯੂਨਾਈਟ ਹੋ ਗਏ, ਇਹ ਇਕੱਠੇ ਹੋ ਗਏ ਆ। ਤਾਂ ਹੁਣ ਜਦੋਂ ਹੋ ਗਿਆ ਇਹ ਸਾਨੂੰ ਐਸਾ ਪਲਸੇਟਾ ਨਾ ਮਾਰਨ ਕਿ ਆਉਣ ਵਾਲੇ ਸਮੇਂ 'ਚ ਸਾਡੀ ਸਰਕਾਰ ਨਾ ਬਣੇ ਔਰ ਇਹ ਆਪਣੀ ਸਰਕਾਰ ਬਣਾ ਕੇ ਫਿਰ ਇਸ ਤਖਤ 'ਤੇ ਆ ਬਹਿ ਜਾਣਗੇ। ਔਰ ਇਸੇ ਕਰਕੇ ਹੁਣ ਜ਼ਿਆਦਾ ਰਾਹੁਲ ਗਾਂਧੀ ਦੀ ਜ਼ਿਆਦਾ ਨੁਕਤਾਚੀਨੀ ਹੋਈ ਹੈ। ਔਰ ਉਹਦੇ ਵਿੱਚ ਭਾਰਤ ਜੋੜੋ ਯਾਤਰਾ ਜਦੋਂ ਇਹਨਾਂ ਨੇ ਕੀਤੀ ਉਦੋਂ ਵੀ ਥੋੜ੍ਹਾ ਜਿਹਾ ਇਹਨਾਂ ਦੇ ਕੰਨਾਂ 'ਤੇ ਥੋੜ੍ਹਾ ਜਿਹਾ ਸਰਕੀ ਜੂੰ ਕਿ ਅਸੀਂ ਕੁਝ ਵੀ ਨਹੀਂ ਕਰ ਸਕੇ। ਔਰ ਇਹਨੇ ਭਾਰਤ ਜੋੜੋ ਯਾਤਰਾ ਦੇ ਵਿੱਚ ਫਿਰ ਲੋਕਾਂ ਨੂੰ ਆਪਣੇ ਨੇੜੇ ਲਾ ਲਿਆ ਔਰ ਪੂਰੇ ਭਾਰਤ ਦੀ ਇਹਨਾਂ ਯਾਤਰਾ ਕੀਤੀ ਹੈ। ਔਰ ਇਹਦੇ ਵਿੱਚ ਇਹ ਇਹਨਾਂ ਨੇ ਕਿਹਾ ਕਿ ਇਹ ਹੁਣ ਇਸ ਵੇਲੇ ਪੱਕੀਆਂ ਗੰਢਾਂ ਦੇ ਕੇ ਬਹਿ ਗਏ ਕਾਂਗਰਸ ਵਾਲੇ। ਤਾਂ ਕਿਉਂਕਿ ਇੱਕ ਪਾਸਿਓਂ ਤਾਂ ਇਹਨਾਂ ਦੇ ਦੋ ਮਸਲੇ ਜਿਹੜੇ ਹੈਗੇ ਆ ਉਹਨਾਂ ਦਾ ਜਿਹੜੀ ਆ ਇਸ ਵੇਲੇ ਤਖਤ ਦੇ ਬੈਠੀ ਸਰਕਾਰ ਨਹੀਂ ਜਵਾਬ ਦੇ ਸਕੀ। ਇੱਕ ਤਾਂ ਜਿਹੜੀ ਪ੍ਰਧਾਨ ਮੰਤਰੀ ਦੇ ਵਿਰੋਧ 'ਚ ਜਿਹੜੀ ਡਾਕੂਮੈਂਟਰੀ ਬਣੀ ਸੀਗੀ BBC ਦੀ, ਉਹ ਨਾ ਤਾਂ ਦਿਖਾਈ, ਉਹ ਬੈਨ ਹੋ ਗਈ, ਉਹ ਕਿਤੇ ਵੀ ਨਹੀਂ ਦਿਖਾ ਸਕੇ, ਉਹਦਾ ਵੀ ਰੌਲਾ ਰਿਹਾ, ਉਹ ਮਸਲਾ ਵੀ ਉੱਥੇ ਦਾ ਉੱਥੇ ਰਿਹਾ। ਦੂਜਾ ਮਸਲਾ ਜਿਹੜਾ ਸੀ ਅਡਾਨੀ ਗਰੁੱਪ ਦਾ ਆ ਗਿਆ, ਜਿਸ 'ਚ ਸ਼ੇਅਰਾਂ ਦਾ ਪ੍ਰੋਬਲਮ ਆਈ ਵੀ ਸ਼ੇਅਰ ਅੱਗੇ ਪਿੱਛੇ ਹੁੰਦੇ ਰਹੇ, ਕਈ ਵਾਰੀ ਮਹਿੰਗੇ ਕਈ ਵਾਰੀ ਸਸਤੇ। ਐਕਚੁਅਲੀ अपने कीमत तो उन्होंने कई गुना ज़्यादा ओवर वैल्यू करके कर्जे लीते ने और अपनी शैल कंपनियां खड़ियां करके जो हिंडनबर्ग की रिपोर्ट है वो ये कहती है कि उन्होंने ही ग्रुप के लोगों ने अपनी शैल कंपनियां विदेशों च बनाईयां और अपने खुद ही शेयर खरीद के उन्होंने प्राइस अप कर दी ताकि उन्होंने कीमतों के आधार के उत्ते वक्-वक् बैंकों तो कर्जे लीते जा सकन और लोन लिता गया
ਔਰ ਉਹਨੂੰ ਇਨਵੈਸਟ ਕੀਤਾ ਗਿਆ ਔਰ ਅੱਜ ਇਹ ਸਥਿਤੀ ਹੈ ਕਿ ਸਭ ਕੁਝ ਜੋ ਹੈ ਇਸ ਵਕਤ ਹਿੱਲਿਆ ਪਿਆ ਰਿਸਕ ਦੇ ਉੱਤੇ ਹੈ ਔਰ ਓਪੋਜੀਸ਼ਨ ਇਹੀ ਕਹਿ ਰਹੀ ਹੈ ਕਿ ਅਸੀਂ ਈਡੀ ਦਾ ਛਾਪੇ ਦੇਖਦੇ ਹਾਂ, ਅਸੀਂ ਇਨਕਮ ਟੈਕਸ ਦੇ ਛਾਪੇ ਦੇਖਦੇ ਹਾਂ ਕਈ ਲੀਡਰਸ ਦੇ ਉੱਤੇ, ਕਈ ਪਰਸਨੈਲਿਟੀਜ਼ ਦੇ ਉੱਤੇ, ਪਰ ਕੋਈ ਵੀ ਅਡਾਨੀ ਗਰੁੱਪ ਦੇ ਉੱਤੇ ਛਾਪਾ ਕਿਉਂ ਨਹੀਂ ਹੈ, ਅਡਾਨੀ ਗਰੁੱਪ ਦੇ ਉੱਤੇ ਤਹਿਕੀਕਾਤ ਕਿਉਂ ਨਹੀਂ ਹੈ, ਇਹ ਗੱਲਾਂ ਓਪੋਜੀਸ਼ਨ ਕਰ ਰਹੀ ਹੈ ਔਰ ਇਹ ਮਾਹੌਲ ਦੇਸ਼ ਦੇ ਵਿੱਚ ਵੀ ਬਣਿਆ ਹੋਇਆ ਹੈ ਕਿ ਸਭ ਨੂੰ ਸੰਵਿਧਾਨ ਦੇ ਮੁਤਾਬਿਕ ਹੀ ਟਰਾਇਲ ਕਰਨਾ ਚਾਹੀਦਾ ਹੈ। ਜੇ ਕਿਸੇ ਉੱਤੇ ਕੋਈ ਉਂਗਲ ਉੱਠੀ ਹੈ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਕਿਉਂਕਿ ਹਿੰਡਨਬਰਗ ਦੀਆਂ ਰਿਪੋਰਟਸ ਪਹਿਲਾਂ ਵੀ ਕਈ ਏਜੰਸੀਆਂ ਬਾਰੇ, ਕਈ ਹੋਰ ਅਮਰੀਕਾ ਦੀਆਂ ਕੰਪਨੀਆਂ ਬਾਰੇ ਵੀ ਸਾਹਮਣੇ ਆਈਆਂ ਨੇ ਜਿਹਦੀ ਉਹ ਕੋਕ ਕਰਕੇ, ਚੀਨ ਦੀਆਂ ਕੰਪਨੀਆਂ ਬਾਰੇ ਵੀ ਕੋਕ ਕਰਕੇ ਉਹਨਾਂ ਨੇ ਦੱਸਿਆ ਹੈ। ਹਾਲਾਂਕਿ ਹਿੰਡਨਬਰਗ ਨੂੰ ਵੀ ਕਈ ਵਾਰ ਕਿਹਾ ਜਾਂਦਾ ਹੈ ਕਿ ਉਹ ਵੀ ਕੋਈ ਮਤਲਬ ਦੁੱਧ ਦੇ ਧੋਤੇ ਨਹੀਂ ਹੈਗੇ, ਉਹਨਾਂ ਦੀ ਇਹ ਗੇਮ ਹੈ। ਉਹ ਜਦੋਂ ਵੀ ਕਿਸੇ ਕੰਪਨੀ ਦੇ ਸ਼ੇਅਰਸ ਦੀ ਵੈਲਿਊ ਡਾਊਨ ਹੁੰਦੀ ਹੈ ਉਹਨਾਂ ਦਾ ਪ੍ਰੋਫਿਟ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਜਿਹੜੇ ਉਹਨਾਂ ਦੇ ਇਨਵੈਸਟਰਸ ਨੇ ਉਹ ਉਦੋਂ ਉਹ ਸ਼ੇਅਰਸ ਦੇ ਉੱਤੇ ਇਨਵੈਸਟਮੈਂਟ ਕਰਕੇ ਜਿੰਨੇ ਜ਼ਿਆਦਾ ਡਾਊਨ ਜਾਣਗੇ ਉਹਨਾਂ ਨੂੰ ਪ੍ਰੋਫਿਟ ਹੋਏਗਾ ਔਰ ਉਸ ਤੋਂ ਬਾਅਦ ਜਦੋਂ ਪ੍ਰਾਈਸ ਕਿਤੇ ਖੜੀ ਹੁੰਦੀ ਹੈ ਉਦੋਂ ਉਹ ਆਪਣੇ ਹਿਸਾਬ ਨਾਲ ਉਹਨੂੰ ਸੇਲ ਪਰਚੇਸ ਕਰਦੇ ਨੇ, ਉਦੋਂ ਉੱਥੋਂ ਪੈਸਾ ਬਣਾਉਂਦੇ ਨੇ ਔਰ ਹਿੰਡਨਬਰਗ ਉਹਦੇ ਵਿੱਚੋਂ ਆਪਣੇ ਕੱਟ ਲੈਂਦਾ ਹੈ, ਕਮਿਸ਼ਨ ਲੈਂਦਾ ਹੈ। ਸੋ ਇਹ ਗੇਮ ਇੰਟਰਨੈਸ਼ਨਲ ਲੈਵਲ ਤੇ ਚੱਲਦੀ ਹੈ। ਫਿਰ ਵੀ ਜਦੋਂ ਇਹ ਗੱਲ ਉੱਠੀ ਹੈ ਔਰ ਉਸ ਤੋਂ ਬਾਅਦ ਅਡਾਨੀ ਗਰੁੱਪ ਦੇ ਜਿਹੜੇ ਸ਼ੇਅਰਸ ਨੇ ਉਹਨਾਂ ਦੀ ਪ੍ਰਾਈਸ ਆਲ ਟਾਈਮ ਡਾਊਨ ਜਾ ਰਹੀ ਆ, ਹੁਣ ਇਹ ਜਵਾਬ ਦੇਣਾ ਬਣਦਾ ਹੈ ਔਰ ਕਿਤੇ ਨਾ ਕਿਤੇ ਅਡਾਨੀ ਗਰੁੱਪ ਇਹ ਵੀ ਕਹਿੰਦਾ ਕਿ ਇਹ ਇੰਡੀਆ ਦੇ ਉੱਤੇ ਅਟੈਕ ਕੀਤਾ ਹਿੰਡਨਬਰਗ ਨੇ, ਪਰ ਜਦੋਂ ਉਹ ਇਹ ਗੱਲ ਕਹਿੰਦਾ ਤਾਂ ਇੰਡੀਅਨ ਗਵਰਨਮੈਂਟ ਵੱਲੋਂ ਕੋਈ ਨਾ ਕੋਈ ਸਟੇਟਮੈਂਟ ਜ਼ਰੂਰ ਹੋਣੀ ਚਾਹੀਦੀ ਹੈ ਕਿ ਇਹ ਇੰਡੀਆ ਦੇ ਉੱਤੇ ਅਟੈਕ ਕਿਸ ਤਰ੍ਹਾਂ ਹੈ। ਐਕਚੁਅਲੀ ਜਦੋਂ ਇੱਦਾਂ ਦੀਆਂ ਖਬਰਾਂ ਆਉਂਦੀਆਂ ਜਿਸ ਤਰ੍ਹਾਂ ਦੀ ਇਹ ਹਿੰਡਨਬਰਗ ਦਾ ਹੁਣ ਰਿਪੋਰਟ ਆਈ ਆ ਉਹਦੇ ਵਿੱਚ ਇਹ ਤਾਂ ਗਿਣੀ ਮਿੱਥੀ ਸਾਜ਼ਿਸ਼ ਵੀ ਹੈ ਉਹਨਾਂ ਦੀ ਕਿਉਂਕਿ ਉਹ ਵੀ ਇਹਦੇ ਵਿੱਚ ਮਿਲੇ ਹੋਏ ਆ। ਇਸ ਕਰਕੇ ਹੈਗਾ ਕਿ ਇੱਕਦਮ ਪਹਿਲਾਂ ਸ਼ੇਅਰ ਇੱਕਦਮ ਅਰਸ਼ਾਂ ਨੂੰ ਛੂਹ ਗਏ ਔਰ ਸਿਖਰਾਂ 'ਤੇ ਪਹੁੰਚ ਗਏ। ਹੁਣ ਜਦੋਂ ਇਹ 19 ਤੇ 20 ਦੀ ਗੱਲ ਹੈ 2019-20 ਤੋਂ ਪਹਿਲੋਂ ਇਹ ਜਿਹੜੇ ਸ਼ੇਅਰ ਸੀ ਬਹੁਤ ਉੱਪਰ ਸੀ, ਉਹੀ ਸ਼ੇਅਰ ਜਿਹੜੇ ਮਾਰਕੀਟ 'ਚ ਹੁਣ ਇੱਕਦਮ ਡਿੱਗੇ ਆ ਔਰ ਇਸ ਤਰ੍ਹਾਂ ਕਿਉਂ ਡਿੱਗੇ ਇਹ ਕਾਂਗਰਸ ਨੇ ਵੀ ਕਿਹਾ ਔਰ ਉਹਦੇ ਵਿੱਚ LIC ਔਰ ਬੈਂਕਾਂ ਉਹਨਾਂ ਨੇ ਕਿਹਾ ਰਲੀਆਂ, ਉਹਨਾਂ ਨੇ ਕਹਿਤਾ ਕਿ ਜਿਸ ਬੈਂਕਾਂ ਦੇ ਵੀ ਵਿੱਚ ਮਿਲੀ ਭੁਗਤ ਹੈਗੀ ਆ, ਜਿੰਨੀਆਂ ਵੀ ਬੈਂਕਾਂ ਵੱਲੋਂ ਸ਼ੇਅਰ ਵੇਚੇ ਜਾਂਦੇ ਆ ਜਾਂ ਲਏ ਜਾਂਦੇ ਆ ਜਾਂ ਰੇਟ ਕੀਤੇ ਜਾਂਦੇ ਆ ਉਹ ਹੁਣ ਜਿਹਨੇ ਸ਼ੇਅਰ ਖਰੀਦੇ ਉਹਨਾਂ ਦੇ ਵਿਚਾਰੇ ਰੱਦੀ ਬਣ ਜਾਣੇ ਐਕਚੁਅਲੀ ਕਰਕੇ ਉਹਨਾਂ ਦੀ ਵੈਲਿਊ ਨਹੀਂ ਰਹੀ ਕੋਈ। ਹਾਂਜੀ, ਐਕਚੁਅਲੀ ਜੋ ਸੇਬੀ ਦੀ ਇਨਸਟਰਕਸ਼ਨਸ ਨੇ ਉਹਦੇ ਮੁਤਾਬਿਕ ਕੋਈ ਵੀ ਕੰਪਨੀ ਆਪਣੇ 75% ਤੱਕ ਸ਼ੇਅਰ ਆਪਣੇ ਕੋਲ ਰੱਖ ਸਕਦੀ ਹੈ, ਪਰ ਇਹਨਾਂ ਨੇ ਕੀ ਕੀਤਾ ਕਿ 75% ਤੋਂ ਜ਼ਿਆਦਾ ਆਪਣੇ ਕੋਲ ਰੱਖ ਲਏ ਨੇ ਔਰ ਕਈ ਲੋਕ ਤੇ ਇਹ ਵੀ ਕਹਿੰਦੇ ਨੇ ਸਿਰਫ 90% ਸ਼ੇਅਰ ਇਹਨਾਂ ਨੇ ਖੁਦ ਹੀ ਸੰਭਾਲ ਰਹੇ ਨੇ, ਆਪਣੀਆਂ ਸ਼ੈਲ ਕੰਪਨੀਆਂ ਜਿਹੜੀਆਂ ਖੋਲੀਆਂ ਨੇ ਉਹਨਾਂ ਦੇ ਜ਼ਰੀਏ ਔਰ ਸਿਰਫ 10% ਜਿਹੜੇ ਸ਼ੇਅਰ ਨੇ ਉਹ ਪਬਲਿਕ ਦੇ ਵਿੱਚ ਨੇ, 90% ਅਡਾਨੀ ਗਰੁੱਪ ਦੇ ਕੋਲ ਖੁਦ ਦੇ ਕੋਲ ਕੰਟਰੋਲ ਦੇ ਵਿੱਚ ਨੇ ਔਰ ਉਸ ਹਿਸਾਬ ਨਾਲ ਉਹ ਕੀਮਤ ਨਾਲ ਮੈਨੀਪੂਲੇਟ ਕਰਦੇ ਰਹੇ ਨੇ ਔਰ ਹੁਣ ਜਦੋਂ ਇਹ ਸਾਰਾ ਪਰਦਾ ਫਾਸ਼ ਹੋਇਆ ਹੁਣ ਇਹ ਆਲ ਟਾਈਮ ਡਾਊਨ ਆਣੇ ਸ਼ੁਰੂ ਹੋ ਗਏ ਨੇ ਔਰ ਓਵਰ ਵੈਲਿਊ ਸੀ ਪਹਿਲਾਂ ਵੀ। ਸੋ ਸ਼ੈਲ ਕੰਪਨੀਆਂ ਉਹ ਹੁੰਦੀਆਂ ਨੇ ਜਿਹੜੀਆਂ ਸਿਰਫ ਕਾਗਜ਼ਾਂ ਦੇ ਉੱਤੇ ਐਗਜ਼ਿਸਟ ਕਰਦੀਆਂ ਹੁੰਦੀਆਂ ਨੇ, ਐਕਚੁਅਲੀ ਕਿਤੇ ਵੀ ਨਹੀਂ ਹੁੰਦੀਆਂ ਔਰ ਉਹ ਦਿਖਾਵਾ ਹੁੰਦਾ, ਉਸ ਦੇ ਜ਼ਰੀਏ ਇਹਨਾਂ ਨੇ ਸ਼ੇਅਰ ਖਰੀਦੇ ਔਰ ਉਹਨਾਂ ਦੀ ਪ੍ਰਾਈਸ ਅਪ ਕੀਤੀ, ਆਪ ਹੀ ਆਪਣੇ ਸ਼ੇਅਰ ਖਰੀਦਦੇ ਰਹੇ ਔਰ ਪ੍ਰਾਈਸ ਵਧਾਉਂਦੇ ਰਹੇ ਔਰ ਉਸ ਬੇਸ ਦੇ ਉੱਤੇ ਕਰਜ਼ੇ ਲੈਂਦੇ ਰਹੇ। ਸਿਰਫ 10% ਸ਼ੇਅਰ ਪਬਲਿਕ ਦੇ ਵਿੱਚ ਰਹੇ ਨੇ ਔਰ ਇਹ ਸਾਰਾ ਹਿੰਡਨਬਰਗ ਦੀ ਰਿਪੋਰਟ ਵੀ ਕਹਿੰਦੀ ਹੈ ਔਰ ਜੋ ਫਾਈਨੈਂਸ਼ੀਅਲ ਐਕਸਪਰਟਸ ਨੇ ਉਹ ਵੀ ਕਹਿੰਦੇ ਨੇ। ਪਰ ਜੋ ਵੀ ਹੈ ਮਾਮਲਾ ਬਿਲਕੁਲ ਸਾਫ਼ ਹੋਣਾ ਚਾਹੀਦਾ ਕਿਉਂਕਿ 2024 ਦੀਆਂ ਇਲੈਕਸ਼ਨਸ ਦੇ ਉੱਤੇ ਹੋ ਸਕਦਾ ਹੈ ਕਿ BJP ਦੀ ਸਾਖ ਦੇ ਉੱਤੇ ਇਹਦਾ ਅਸਰ ਪੈ ਸਕਦਾ ਹੈ। ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਇਹਦੇ ਵਿੱਚ ਹੈਗਾ ਕਿ ਜਿਹੜੀ ਇਹਨਾਂ ਨੇ ਸਾਂਝੀ ਕਮੇਟੀ ਬਣਾਉਣੀ ਸੀ ਪਾਰਲੀਮੈਂਟ ਦੀ, ਉਹਦੇ ਵਿੱਚ ਜਿਹੜੇ ਨੁਮਾਇੰਦੇ ਇਹਨਾਂ ਨੇ ਪੇਸ਼ ਕਰਨੇ ਸੀ ਉਹਨਾਂ ਨੇ ਪਹਿਲਾਂ ਤਾਂ ਲਿਫਾਫਾ ਬੰਦ ਮੰਗਵਾਏ ਔਰ ਮੰਗਵਾਉਣ ਤੋਂ ਬਾਅਦ ਇਹਨਾਂ ਨੇ ਵਿਰੋਧਤਾ ਕੀਤੀ ਕਾਂਗਰਸ ਨੇ। ਉਹ ਕਮੇਟੀ ਦਾ ਜਿਹੜਾ ਬਣਨਾ ਸੀ, ਉਹਦੀ ਬਣਤਰ ਸੀ, ਉਹਦੀ ਰੂਪ ਰੇਖਾ ਸੀ, ਉਹ ਉੱਥੇ ਦੀ ਉੱਥੇ ਰਹਿ ਗਈ ਜਦੋਂ ਕਿ ਜਾਂਚ ਏਜੰਸੀਆਂ ਜਿਹੜੀਆਂ ਫੇਵਰ ਉਹਨਾਂ ਦਾ ਕਰਦੀਆਂ ਜਿਹੜੀਆਂ ਪਾਰਟੀ ਤਖਤ 'ਤੇ ਬੈਠੀ ਹੈ, ਜਿਹੜੀ ਪਾਰਟੀ ਰੂਲਿੰਗ ਪਾਰਟੀ ਆ, ਬਾਕੀ ਰਹਿ ਜਾਂਦੀਆਂ ਪਿੱਛੇ। ਔਰ ਉਹਦੇ ਵਿੱਚ ਜੇ ਮੰਨ ਲਓ ਜੇ ਬਣਦੀ ਵੀ ਹੈ ਇਹ ਕਮੇਟੀ ਬਣਦੀ, ਸਾਂਝੀ ਕਮੇਟੀ ਬਣੂ, ਮੰਤਰੀ ਮੰਡਲ ਦੇ ਵੀ ਲੋਕ ਹੋਣਗੇ, ਉਹਦੇ ਵਿੱਚੋਂ ਰਾਜ ਸਭਾ ਦੇ ਮੈਂਬਰ ਵੀ ਹੋਣਗੇ, 2-4 ਦੂਸਰੇ ਪਾਸੇ ਵੀ ਹੋਣਗੇ ਔਰ ਫਾਈਨਾਂਸ ਦੇ ਨਾਲ ਜੁੜੇ ਲੋਕ ਵੀ ਹੋਣਗੇ ਜਿਹੜੇ ਅਰਥ ਸ਼ਾਸਤਰੀ ਆ, ਪਰ ਉਹਦੇ ਵਿੱਚ ਨਾ ਤਾਂ ਕੋਈ ਨੋਮੀਨੇਸ਼ਨ ਹੋਈ ਆ ਨਾ ਕੋਈ ਉਹਦੇ ਵਿੱਚ ਬਣਤਰ ਬਣੀ ਆ, ਉਹ ਸਿੱਧੀ ਉੱਥੇ ਰਹਿ ਗਈ। ਜਿਸ ਤਰ੍ਹਾਂ ਪਹਿਲੋਂ ਘੱਟੋ ਘੱਟ ਸਮਰਥਨ ਮੁੱਲ ਦੀ ਇੱਕ ਕਮੇਟੀ ਬਣਾਉਣੀ ਸੀ ਇਹਨਾਂ ਨੇ, ਉਹ 'ਚ ਨਰਿੰਦਰ ਰਾਵਤ ਜੀ ਜਿਹੜੇ ਖੇਤੀਬਾੜੀ ਮੰਤਰੀ ਸੀ, ਪਿਊਸ਼ ਗੋਇਲ ਜੀ ਸੀਗੇ ਔਰ ਉਹ ਮੰਤਰੀ ਤਾਂ ਇਹਨਾਂ ਨੇ ਇਕੱਠੇ ਕਰ ਲਏ, ਪਰ ਜਿਹੜੇ ਕਿਸਾਨਾਂ ਵੱਲੋਂ ਨੁਮਾਇੰਦੇ ਲੈਣੇ ਸੀ ਉਹ ਇੱਕ ਵੀ ਨਹੀਂ ਲਿਆ। ਉਹਨਾਂ ਨੂੰ ਕਹਿ ਤਾ ਕਿ ਅਸੀਂ ਕਮੇਟੀ ਬਣਾ ਰਹੇ ਹਾਂ, ਤੁਸੀਂ ਆਪਣਾ ਨੁਮਾਇੰਦਾ ਭੇਜੋ। ਜਦੋਂ ਉਹਨਾਂ ਨੇ ਕੋਈ ਨੁਮਾਇੰਦਾ ਭੇਜਣ ਦੀ ਗੱਲ ਕੀਤੀ ਆ ਉਹਨਾਂ 'ਤੇ ਕੋਈ ਹੰਗਾਰਾ ਨਹੀਂ ਦਿੱਤਾ। ਉਹ ਕਮੇਟੀ ਵੀ ਉਸੇ ਤਰ੍ਹਾਂ ਹੀ ਨਾ ਬਣ ਸਕੀ, ਜਿਹੜੀ ਕਮੇਟੀ ਹੁਣ ਇਹਨਾਂ ਨੇ ਬਣਾਉਣੀ ਸੀ ਉਹ ਵੀ ਉੱਥੇ ਦੀ ਉੱਥੇ ਰੁਕੀ ਆ। ਇਸ ਕਰਕੇ ਕਰਦੇ ਆ ਕਿ ਇਹਨਾਂ ਨੂੰ ਪਤਾ ਕਿ ਜਦੋਂ ਇਹ ਕਮੇਟੀ ਬਣ ਗਈ, ਜਦੋਂ ਰਿਪੋਰਟ ਦੇਣੀ ਹੈ, ਰਿਪੋਰਟ ਦੇਣ ਤੋਂ ਪਹਿਲਾਂ ਤਾਂ ਇਲੈਕਸ਼ਨ ਦਾ ਮਾਮਲਾ ਆ ਗਿਆ, ਇਲੈਕਸ਼ਨ ਆ ਰਹੀ ਹੈ। ਜੇ ਇਲੈਕਸ਼ਨ ਤੋਂ ਪਹਿਲਾਂ ਰਿਪੋਰਟ ਮਿਲ ਗਈ ਤਾਂ ਵੇਖ ਲਓ ਫਿਰ ਉਹਦੇ ਵਿੱਚ ਇਹਨਾਂ ਦੀ ਜਿਹੜੀ ਸਾਖ ਆ ਵਿਗੜੇਗੀ, ਜੋ ਇਹਨਾਂ ਦੇ ਬਣਿਆ ਇਮੇਜ ਆ ਉਹ ਵੀ ਵਿਗੜ ਸਕਦਾ।
ਇਸ ਕਰਕੇ ਇਹ ਇੱਦਾਂ ਦੇ ਜਿਹੜੇ ਮਸਲੇ ਨੂੰ ਹੱਥ ਪਾਉਣਾ ਨਹੀਂ ਚਾਹ ਰਹੇ ਤੇ ਕਾਂਗਰਸ ਧੂ ਕੇ ਉੱਥੇ ਨਹੀਂ ਹੁੰਦੀ ਉਸੇ ਮਸਲੇ ਤੇ ਕਿ ਤੁਸੀਂ ਕਮੇਟੀ ਬਣਾਓ, ਤੁਸੀਂ ਅਡਾਨੀ ਗਰੁੱਪ ਵਾਲੀ ਜਿਹੜੀ ਇਸ ਵੇ ਮਸਲਾ ਹੈ ਉਹਨੂੰ ਕਿਉਂ ਨਹੀਂ ਡਿਸਕਸ ਕਰਦੇ। ਉਹ ਕਹਿੰਦੇ ਸ਼ਰੇਆਮ ਪਾਰਲੀਮੈਂਟ 'ਚ ਹੋਣਾ ਚਾਹੀਦਾ, ਪਾਰਲੀਮੈਂਟ ਵਿੱਚ ਉਹਦਾ ਜਵਾਬ ਦਿਓ ਜਿਹੜੇ ਅਸੀਂ ਪੁੱਛ ਰਹੇ ਹਾਂ, ਕਿਉਂਕਿ ਇਹਨਾਂ ਕੋਲ ਵੀ ਖੜਕੇ ਸਾਹਿਬ ਪ੍ਰਧਾਨ ਨੇ ਨਵੇਂ ਬਣੇ ਕਾਂਗਰਸ ਦੇ, ਉਹਦੇ ਵਿੱਚ ਰਾਹੁਲ ਗਾਂਧੀ ਨੂੰ ਵੀ ਪਤਾ ਇਹਦੇ ਬਾਰੇ, ਔਰ ਉਹਨਾਂ ਦੇ ਵਿੱਚ ਜਿੰਨੇ ਇਹਨਾਂ ਦੇ ਲੀਡਰ ਨੇ ਸਾਰੇ ਉਹਨਾਂ ਨੂੰ ਖਾਸਮ ਖਾਸ ਇਹਦੇ ਪੁਆਇੰਟਾਂ ਦਾ ਪਤਾ ਹੈਗਾ, ਕਿਉਂਕਿ ਇਹ ਮੁੱਦਾ ਇਸ ਵੇਲੇ ਜ਼ਿਆਦਾ ਚੁੱਕਿਆ ਕਾਂਗਰਸ ਨੇ, ਕਿਉਂਕਿ ਚੁੱਕੂ ਵੀ ਇਸੇ ਕਰਕੇ ਕਿਉਂ ਨੈਸ਼ਨਲ ਪਾਰਟੀ ਹੈ, ਔਰ ਇਹ ਮਾਮਲਾ ਇਸੇ ਤਰ੍ਹਾਂ ਹੀ ਉਹ ਜਿਹੜੀ ਦੁੱਧ 'ਚ ਪਾਣੀ 'ਚ ਮਧਾਣੀ ਪਾ ਕੇ ਬਹਿ ਗਿਆ, ਔਰ ਉਹਦੇ ਵਿੱਚ ਕੋਈ ਵੀ ਇਸ ਵੇਲੇ ਕੁਝ ਸਿੱਟਾ ਪੂਰੇ ਦਾ ਪੂਰਾ ਨਹੀਂ ਨਿਕਲਿਆ। ਐਗਜ਼ੈਕਟਲੀ ਹੁਣ ਇਹ ਹੋਣਾ ਚਾਹੀਦਾ ਸਾਰਾ ਮਾਮਲਾ ਸਾਫ਼, ਤਾਂ ਕਿ ਲੋਕਾਂ ਨੂੰ ਕਲੀਅਰ ਹੋਵੇ ਕਿ ਅਸਲ ਵਿੱਚ ਹੈ ਕੀ, ਕਿਉਂਕਿ ਲੋਕਾਂ ਦਾ ਪੈਸਾ ਲੱਗਾ ਹੋਇਆ ਹੈ, ਇੱਧਰ ਸ਼ੇਅਰ ਮਾਰਕੀਟ ਦਾ ਅਪ ਡਾਊਨ ਹੋ ਰਿਹਾ, ਕਾਫੀ ਜ਼ਿਆਦਾ ਫਲਕਚੁਏਟ ਹੋ ਰਹੀ ਹੈ, ਇਹ ਸਭ ਧਿਆਨ ਰੱਖਣਾ ਚਾਹੀਦਾ ਹੈ। ਔਰ ਅਸੀਂ ਇੱਕ ਤਰ੍ਹਾਂ ਨਾਲ ਇੰਡੀਆ ਦੀ ਇਕਨੋਮੀ ਨੂੰ ਵਰਲਡ ਦੇ ਵਿੱਚ ਮਜ਼ਬੂਤ ਕਰਨਾ ਚਾਹੁੰਦੇ ਹਾਂ, ਔਰ ਉਹਦੇ ਉੱਤੇ ਕੋਈ ਮਾੜਾ ਅਸਰ ਨਾ ਪਵੇ ਅਡਾਨੀ ਗਰੁੱਪ ਕਰਕੇ, ਇਹ ਵੀ ਸਾਰਾ ਧਿਆਨ ਦੇਣਾ ਚਾਹੀਦਾ। ਸੋ ਇਨ ਨਟਸ਼ੈਲ ਇਸ ਪੋਜੀਸ਼ਨ ਸਾਰੀ ਕਲੀਅਰ ਹੋਣੀ ਚਾਹੀਦੀ ਹੈ ਔਰ ਗਵਰਨਮੈਂਟ ਨੂੰ ਖੁਦ ਕਲੀਅਰ ਕਰਨੀ ਚਾਹੀਦੀ ਹੈ। ਸੋ G20 ਸੰਮੇਲਨ ਚੱਲ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ, ਔਰ ਕਈ ਅਹਿਮ ਮੁੱਦਿਆਂ ਦੇ ਉੱਤੇ ਡਿਸਕਸ਼ਨਸ ਹੋ ਰਹੀਆਂ ਨੇ, ਔਰ ਸਾਡੀ ਵਿਧਾਨ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਵੀ ਇਹਦਾ ਜ਼ਿਕਰ ਹੁੰਦਾ ਰਹਿੰਦਾ ਹੈ, ਔਰ ਲੋਕ ਵੀ ਕਾਫੀ ਖੁਸ਼ ਨੇ, ਔਰ ਜਿਹੜੇ ਬਾਹਰੋਂ ਆਏ ਨੇ ਡੈਲੀਗੇਟਸ ਉਹ ਵੀ ਕਾਫੀ ਖੁਸ਼ ਨੇ ਪੰਜਾਬ ਆ ਕੇ। ਸੋ ਮਾਨ ਸਾਹਿਬ ਕੁਝ ਰਿਐਕਸ਼ਨਸ ਦੇ ਰਹੇ ਨੇ ਇਹਦੇ ਬਾਰੇ, ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ। ਹਾਂ, ਇਹ ਗੱਲ ਹੈਗੀ ਕਿ G20 ਜਿਹੜਾ ਸੰਮੇਲਨ ਹੋ ਰਿਹਾ ਖਾਲਸਾ ਕਾਲਜ ਦੇ ਵਿਹੜੇ ਵਿੱਚ ਹੋ ਰਿਹਾ, ਉਹਦੇ ਵਿੱਚ ਜਿੰਨੇ ਵੀ ਡੈਲੀਗੇਟਸ ਆਏ ਨੇ, ਉਹ ਪਹਿਲਾਂ ਤਾਂ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ, ਪਹਿਲੇ ਦਿਨ ਆਏ ਆ, ਫਿਰ ਉਸ ਤੋਂ ਬਾਅਦ ਇਹਦੀ ਸ਼ੁਰੂਆਤ ਹੋਈ ਆ, ਔਰ ਜਿਹਦੇ ਵਿੱਚ ਤਾਰੀਫ ਕੀਤੀ ਗਈ ਹੈ ਪੰਜਾਬ ਦੇ ਸਾਰੇ ਮਾਹੌਲ ਦੀ, ਪੰਜਾਬ ਦੇ ਮਹਿਮਾਨ ਨਵਾਜ਼ੀ ਦੀ। ਉਹਨਾਂ ਨੇ ਕਿਹਾ ਕਿ ਵਾਕਈ ਅਸੀਂ ਪੰਜਾਬ ਸੁਣਿਆ ਸੀਗਾ, ਪਰ ਪੰਜਾਬ ਦੇ ਲੋਕ ਉਸੇ ਤਰ੍ਹਾਂ ਹੀ ਹੌਸਪਿਟੈਲਿਟੀ ਕਰਦੇ ਆ ਜੋ ਅਸੀਂ ਸੋਚਿਆ ਸੀ। ਇਹ ਅਫਰੀਕਾ ਦੇ ਕੁਝ ਨੁਮਾਇੰਦੇ ਆਏ, ਉਹਨਾਂ ਨੇ ਕਿਹਾ ਕਿ ਵਾਕਈ ਜੋ ਅਸੀਂ ਕਹਿੰਦੇ ਸੀਗੇ ਸਾਡਾ ਸੁਪਨਾ ਸੱਚ ਹੋ ਗਿਆ, ਵਾਕਈ ਜੋ ਕੁਝ ਕੀਤਾ। ਔਰ ਉਹਨਾਂ ਨੂੰ ਪੋਸ਼ਾਕਾਂ ਵੀ ਉਹ ਦਿੱਤੀਆਂ, ਜਿਹੜੀਆਂ ਉੱਥੋਂ ਦੀਆਂ ਲੇਡੀ ਆਈਆਂ ਉਹਨਾਂ ਨੂੰ ਫੁਲਕਾਰੀਆਂ ਦਿੱਤੀਆਂ, ਔਰ ਉਸੇ ਤਰ੍ਹਾਂ ਹੀ ਉੱਥੇ ਖਾਣੇ ਵੀ ਬਣ ਰਹੇ ਸੀ। ਉਹਦੇ ਵਿੱਚ ਉਹਨਾਂ ਨੇ ਸਾਗ ਤੇ ਜਿਹੜੀ ਮੱਕੀ ਦੀ ਰੋਟੀ ਵੀ ਬਣਵਾਈ ਆ, ਉਹਨਾਂ ਆਪ ਵੀ ਬਣਾਈ ਆ, ਆਪ ਵੀ ਉਹਨਾਂ ਨੂੰ ਬਣਾ ਕੇ ਦਿੱਤੀ ਗਈ ਹੈ, ਕਿਉਂਕਿ ਇੱਥੋਂ ਦੀ ਇਹ ਪਾਪੂਲਰ ਹੈ, ਲੋਕਾਂ ਨੂੰ ਪਤਾ ਸੀ ਵੀ ਖਾਣਾ ਬਹੁਤ ਵਧੀਆ, ਔਰ ਉਹਨਾਂ ਨੇ ਪਸੰਦ ਕੀਤਾ। ਤੇ ਉਸ ਤੋਂ ਬਾਅਦ ਜਿਹੜਾ ਸੰਮੇਲਨ ਹੋਇਆ, ਸੰਮੇਲਨ ਦੇ ਵਿੱਚ ਜ਼ਿਆਦਾਤਰ ਇਹਨਾਂ ਨੇ ਐਜੂਕੇਸ਼ਨ ਰਿਲੇਟਡ ਜਿਹੜੇ ਪਹਿਲੇ ਦਿਨ ਹੋਏ ਉਹਦੇ 'ਚ ਉਹਨਾਂ ਨੇ ਮਸਲੇ ਜਿਹੜੇ ਤੈਅ ਕੀਤੇ ਆ ਕਿ ਇਹਦੇ ਵਿੱਚ ਐਜੂਕੇਸ਼ਨ ਦਾ ਸਟੈਂਡਰਡ ਇੰਡੀਆ ਦਾ ਕੀ ਹੋਣਾ ਚਾਹੀਦਾ, ਪੰਜਾਬ ਦਾ ਕੀ ਹੈਗਾ, ਐਜੂਕੇਸ਼ਨ ਬੋਰਡ ਕੀ ਕਰ ਰਿਹਾ, ਜਿਹਦੇ ਵਿੱਚ ਬਾਕੀ ਬੋਰਡ ਜਿਹੜੇ ਐਜੂਕੇਸ਼ਨ ਦੇ ਆ ਉਹਨਾਂ ਦੇ ਵਿੱਚ ਸਿਲੇਬਸ ਕਿਸ ਤਰ੍ਹਾਂ ਦਾ ਹੈਗਾ, ਔਰ ਬੱਚੇ ਬਾਹਰਲੇ ਦੇਸ਼ਾਂ ਵਿੱਚ ਕਿਉਂ ਜਾ ਰਹੇ ਆ। ਇਹ ਗੱਲ ਭਗਵੰਤ ਮਾਨ ਨੇ ਵੀ ਕਹੀ ਹੈ ਕਿ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਇੱਥੇ ਨੌਕਰੀਆਂ ਵੀ ਦਿੱਤੀਆਂ ਬਹੁਤ ਆ ਜਿਹੜੇ 1 ਸਾਲ ਦੇ ਵਿੱਚ, ਔਰ ਐਜੂਕੇਸ਼ਨ ਦਾ ਐਮੀਨੈਂਸ ਸਕੂਲ ਜਿਹੜੇ ਆ ਸ਼ੁਰੂ ਕਰਦੇ ਆ, ਜਿਹਦੇ ਵਿੱਚ ਆਰਟ ਦੇ ਅਕੋਰਡਿੰਗ ਹੁੰਦੇ ਆ, ਜਿਹਦੇ 'ਚ ਪ੍ਰੋਫੈਸ਼ਨਲ ਐਜੂਕੇਸ਼ਨ ਹੋਊਗੀ। ਉਹਨਾਂ ਨੇ ਕਿਹਾ ਕਿ ਜਿਹਦੇ ਵਿੱਚ ਅਸੀਂ ਐਜੂਕੇਸ਼ਨ ਉਹ ਦੇ ਰਹੇ ਹਾਂ। 117 ਸਕੂਲ ਜਿਹੜੇ ਖੋਲ੍ਹ ਦਿੱਤੇ ਗਏ ਪੰਜਾਬ ਦੇ ਵਿੱਚ, ਉਹਦਾ ਜਿਹੜੀ ਨਵੀਂ ਨੁਹਾਰ ਆ ਉਹਨਾਂ ਦੇ ਵਿੱਚ ਕਿ ਉਹਦੇ ਵਿੱਚ ਟੀਚਰ ਇਸ ਤਰ੍ਹਾਂ ਦੇ ਲਾਏ ਜਿਹੜੇ ਉਹਨਾਂ ਨੂੰ ਜਿਹੜੀ ਕਿੱਤਾਮੁਖੀ ਜਿਹੜੀ ਐਜੂਕੇਸ਼ਨ ਪ੍ਰੋਵਾਈਡ ਕਰਨਗੇ, ਔਰ ਉਹਦੇ ਵਿੱਚ ਜਿਹੜੇ ਬੱਚੇ ਜਿਹਨੂੰ ਜਿਸ ਤਰ੍ਹਾਂ ਦਾ ਇੰਟਰਸਟ ਹੈਗਾ ਉਸੇ ਤਰ੍ਹਾਂ ਦਾ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਹੋਊਗੀ, ਕਿਉਂਕਿ ਇਹ ਐਕਚੁਅਲੀ ਬਾਹਰਲੇ ਦੇਸ਼ਾਂ ਵਿੱਚ ਪਹਿਲਾਂ ਚੱਲ ਰਿਹਾ ਸੀਗਾ। ਇੰਡੀਆ ਦੇ ਵਿੱਚ ਇਹਨਾਂ ਖਾਸਮ ਖਾਸ ਹੁਣ ਆ ਕੇ ਸ਼ੁਰੂ ਕੀਤਾ, ਪਹਿਲਾਂ ਤਾਂ ਇਸ ਗੱਲ ਨੂੰ ਪਛੜੇ ਰਹੇ। ਇਹ ਨਵੀਂ ਸਰਕਾਰ ਆਈ, ਇਹਨਾਂ ਨੇ ਇਸ ਪਾਸੇ ਕੀਤਾ। ਬਾਦਲ ਸਰਕਾਰ ਦੇ ਟਾਈਮ 'ਤੇ ਵੀ ਬੜੇ ਆਦਰਸ਼ ਸਕੂਲ ਖੋਲ੍ਹੇ ਗਏ ਸੀਗੇ, ਉਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਪਰ ਜਦੋਂ ਕਿਸੇ ਜਿਹੜੇ ਵਿਦਿਆ ਦੇ ਵਿਦਿਅਕ ਸ਼ਾਸਤਰੀ ਨੇ ਉਹਨਾਂ ਦੀ ਸਲਾਹ ਨਾਲ ਹੁਣ ਇਹਨਾਂ ਨੇ ਵੇਖਿਆ, ਔਰ ਬਾਕਾਇਦਾ ਤੌਰ 'ਤੇ ਉਹਨਾਂ ਨੇ ਬਾਹਰਲੇ ਦੇਸ਼ਾਂ ਵਿੱਚ ਵੀ ਜਿਹੜੇ ਪ੍ਰਿੰਸੀਪਲ ਜਾਂ ਹੈੱਡ ਟੀਚਰ ਨੇ, ਹੈੱਡ ਮਾਸਟਰ ਨੇ, ਉਹਨਾਂ ਨੂੰ ਭੇਜਿਆ ਵਾ, ਔਰ ਉਹਦੇ ਵਿੱਚ ਉਹ ਸਿੱਖ ਕੇ ਆਉਣਗੇ ਕੀ ਕੁਛ ਹੋ ਰਿਹਾ। ਔਰ ਇਹਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਤਾਂ ਜੋ ਕੁਛ ਕੀਤਾ ਵਾ, ਉਹਨਾਂ ਦਾ ਪ੍ਰਬੰਧ ਜਿਹੜਾ ਸੀ ਪੰਜਾਬ ਗੌਰਮੈਂਟ ਦਾ, ਉਹ ਅੰਮ੍ਰਿਤਸਰ ਦੀ ਧਰਤੀ 'ਤੇ ਬਹੁਤ ਸੁਚੱਜਾ, ਬਹੁਤ ਨਿਆਰਾ ਔਰ ਬਹੁਤ ਵਧੀਆ, ਕਿਉਂਕਿ ਤਾਰੀਫ ਕੀਤੀ ਉਹਨਾਂ ਸਾਰੇ ਡੈਲੀਗੇਟਸ ਨੇ। ਔਰ ਇਸੇ ਤਰ੍ਹਾਂ ਹੀ ਹੁਣ ਜੇ ਚੱਲਦੇ ਜੋ ਕੁਛ ਇਹਨਾਂ ਦੇ ਵਿੱਚ ਹੈਗੇ ਆ, ਜੋ ਸਮੱਸਿਆਵਾਂ ਨੇ ਵਿਕਾਸਸ਼ੀਲ ਦੇਸ਼ਾਂ ਦੀਆਂ, ਉਹਨਾਂ ਦੇ ਵਿੱਚ ਜਿਹੜੇ ਕੰਟਰੀ ਡਿਵੈਲਪ ਨਹੀਂ ਹੋਏ ਆ ਜਾਂ ਹੋਣ ਜਾ ਰਹੇ ਆ, ਉਹਨਾਂ ਕੰਟਰੀਆਂ ਦੇ ਨਾਲ ਇਹਨਾਂ ਨੇ ਖਾਸ ਤੌਰ 'ਤੇ ਮੁਲਾਕਾਤ ਕੀਤੀ। ਡੈਲੀਗੇਟਸ ਜਿਹੜੇ ਆ ਰਹੇ ਆ, ਅਫਰੀਕਾ ਦੇ ਲੋਕ ਵੀ ਆਏ ਆ, ਨੁਮਾਇੰਦੇ ਆਏ ਆ, ਕਿਉਂਕਿ ਅਫਰੀਕਨ ਵੀ ਜਿਹੜੇ ਆ ਉਹ ਵੀ ਅਜੇ ਇੰਨੀ ਤਰ੍ਹਾਂ ਉਹ ਪੂਰੇ ਡਿਵੈਲਪ ਨਹੀਂ ਹੋ ਸਕੇ ਜਿਸ ਤਰ੍ਹਾਂ ਇੰਡੀਆ ਹੈਗਾ। ਔਰ ਇਹਦੇ ਨਾਲ ਜਿਹੜੇ ਡਿਵੈਲਪ ਹੋ ਚੁੱਕੇ ਕੰਟਰੀ ਆ ਉਹਨਾਂ ਦੇ ਨੁਮਾਇੰਦੇ ਵੀ ਆਏ ਆ, ਜਿਸ 'ਚੋਂ ਰਸ਼ੀਆ ਦੇ ਵੀ ਆਏ ਆ, ਚਾਈਨਾ ਦੇ ਵੀ ਆਏ ਆ, ਬਾਕੀ ਫਰਾਂਸ ਆ, ਫਿਰ ਉਹਦੇ 'ਚ ਕੈਨੇਡਾ ਵਾ, ਅਮਰੀਕਾ ਵਾ, ਉਹ ਵੀ ਲੋਕ ਆਏ ਆ। ਇਹ ਬਹੁਤ ਅੱਛੀ ਆ ਕਿ ਇਹਨਾਂ ਦੇ ਵਿੱਚ ਜਿਹੜੇ ਵਿਊ ਐਕਸਚੇਂਜ ਹੋਣਗੇ, ਉਹਨਾਂ ਦੇ ਆਪਸੀ ਵਿਚਾਰ ਇੱਕ ਦੂਜੇ ਨਾਲ ਡਿਸਕਸ ਹੋਣਗੇ, ਕਿ ਉਹ ਕਹਿਣਗੇ ਕਿ ਅਸੀਂ ਆਹ ਕਰ ਰਹੇ ਹਾਂ, ਅਤੇ ਇਹ ਕਹਿੰਦੇ ਤੁਸੀਂ ਕੀ ਕਰ ਰਹੇ ਜੇ। ਇਹਦੇ ਨਾਲ ਜਦੋਂ ਵਿਚਾਰ ਵਟਾਂਦਰਾ ਹੋਏਗਾ ਅਤੇ ਇਹਦੇ ਵਿੱਚ ਹੋਏਗੀ ਕਿ ਨਵੀਂ ਨੁਹਾਰ ਤੇ ਪੰਜਾਬ ਨੂੰ ਮਿਲੂਗੀ। ਇਹ ਪੰਜਾਬ ਦੇ ਲਈ ਤਾਂ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਇਸ ਪੰਜਾਬ ਦੀ ਧਰਤੀ 'ਤੇ
ਸਾਰੇ ਨੁਮਾਇੰਦੇ ਇਕੱਠੇ ਹੋਏ ਆ, ਡੈਲੀਗੇਟਸ ਇਕੱਠੇ ਹੋਏ ਆ, ਉਹ ਵੀ ਵੇਖ ਕੇ ਜਾਣਗੇ ਕਿ ਇੱਥੋਂ ਦੀ ਜਿਹੜੀ ਆ ਸਟੇਟਸ ਕੀ ਆ ਲੋਕਾਂ ਦੇ, ਖਾਸ ਤੌਰ 'ਤੇ ਐਜੂਕੇਸ਼ਨ ਲਈ ਕੀ ਵੱਡੀ ਭੂਮਿਕਾ, ਕੀ ਦੇਣ ਹੈ ਔਰ ਇਹ ਕੀ ਕੁਛ ਕਰ ਰਹੇ ਆ ਔਰ ਇਹਨਾਂ ਦੇ ਬੱਚੇ ਬਾਹਰ ਕਿਉਂ ਜਾ ਰਹੇ, ਇਹ ਵੀ ਇਹਨਾਂ ਨੂੰ ਪਤਾ ਲਗਾਉਣਾ ਪਏਗਾ। ਅਤੇ ਭਗਵੰਤ ਮਾਨ ਨੇ ਤਾਂ ਵੈਸੇ ਇਹ ਗੱਲ ਕਹਿ ਦਿੱਤੀ ਹੈ ਕਿ ਅਸੀਂ ਹੁਣ ਤੱਕ ਬਹੁਤ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਆ, ਨੌਕਰੀਆਂ ਵੀ ਦੇ ਦਿੱਤੀਆਂ, ਜਿਹੜੇ ਬੇਰੁਜ਼ਗਾਰ ਸੀ, ਜਿਹੜੇ ਬਾਕੀ ਨਹੀਂ ਸੀ, ਕੱਚੇ ਸੀ, ਉਹ ਪੱਕੇ ਕਰ ਦਿੱਤੇ ਆ। ਜਿੰਨਾ ਕਿ ਇਹਨਾਂ ਕੋਲ ਪੈਸਾ ਸੀ ਉਸ ਹਿਸਾਬ ਨਾਲ ਗੱਲ ਕੀਤੀ ਆ। ਕੁਝ ਲੋਕ ਆਲੋਚਨਾ ਵੀ ਕਰ ਰਹੇ ਆ, ਵਿਰੋਧੀ ਪਾਰਟੀਆਂ ਆਲੋਚਨਾ ਵੀ ਕਰ ਰਹੀਆਂ ਕਿ ਜਿਹੜਾ ਉਹਨਾਂ ਨੇ ਕਿਹਾ ਸੀ ਉਹ ਨਹੀਂ ਹੋਇਆ। ਇਹਦੇ ਵਿੱਚ ਚੱਲਦਾ ਰਹਿੰਦਾ, ਹੇਠਾਂ ਉੱਤੇ ਕੰਮ ਹੁੰਦਾ, ਪਰ ਆਹ ਸਭ ਤੋਂ ਵੱਡੀ ਜਿਹੜੀ ਗੱਲ ਆ, ਜਿਹੜੀ G20 ਦਾ ਸਮਾਗਮ ਹੋਇਆ, ਸੰਮੇਲਨ ਹੋਇਆ, ਇਹਦੇ ਵਿੱਚ ਅੰਮ੍ਰਿਤਸਰ ਦੀ ਧਰਤੀ 'ਤੇ ਔਰ ਪਾਕਿਸਤਾਨ ਦੇ ਲੋਕ ਵੀ ਉੱਥੋਂ ਵੇਖਣ ਲਈ ਆਉਂਦੇ ਆ, ਕਿਉਂਕਿ ਪਾਕਿਸਤਾਨ ਦਾ ਨਾਲ ਸਰਹੱਦ ਹੈਗੀ ਆ। ਔਰ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਇੰਨਾ ਰਸ਼, ਇੰਨਾ ਭੀੜ ਭੜੱਕਾ ਹੋ ਗਿਆ, ਲੋਕ ਵੇਖਣ ਆਉਂਦੇ ਆ। ਔਰ ਖਾਲਸਾ ਕਾਲਜ ਦੇ ਵਿੱਚ ਜਿਹੜੇ ਵੀ ਡੈਲੀਗੇਟਸ ਨੇ ਉਹਨਾਂ ਨੇ ਉਹਨਾਂ ਦਾ ਜਿਹੜੀ ਬਣਤਰ ਆ, ਜਿਹੜੀ ਇਮਾਰਤ ਸਾਜੀ, ਉਹਨੂੰ ਵੇਖ ਕੇ ਹੈਰਾਨ ਰਹੇ। ਬਾਕਾਇਦਾ ਉਹਦੇ ਨਾਲ ਖਲੋ ਕੇ ਫੋਟੋ ਵੀ ਖਿਚਵਾਈਆਂ, ਸੈਲਫੀ ਵੀ ਫੋਟੋ ਖਿੱਚ ਕੇ ਬਾਹਰ ਭੇਜੀਆਂ, ਕਿਉਂਕਿ ਬੜਾ ਅਜੂਬਾ ਹੈ ਖਾਲਸਾ ਕਾਲਜ ਅੰਮ੍ਰਿਤਸਰ ਜਿਹੜਾ ਕਾਲਜ ਬਣਿਆ, ਬਹੁਤ ਅੱਛਾ ਕਾਲਜ ਆ, ਵੇਖਣ ਦੇ ਲਾਇਕ ਆ, ਲਾਲ ਪੱਥਰ ਦਾ ਬਣਿਆ ਹੋਇਆ। ਹਾਂ, ਔਰ ਇੰਨਾ ਖੂਬਸੂਰਤ ਹੈ, ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਨੂੰ ਬਣਵਾਇਆ। ਦੂਰੋਂ ਨਜ਼ਰ ਆਉਂਦਾ ਤੁਹਾਨੂੰ ਜਦੋਂ ਦੇਖੋ ਖਾਲਸਾ ਕਾਲਜ ਯੂਨੀਵਰਸਿਟੀ ਦੇ ਨੇੜੇ ਹੈਗੀ ਆ। ਯੂਨੀਵਰਸਿਟੀ ਦੀ ਜਿਹੜੀ ਖਿੱਚ ਆ ਉਹ ਇੰਨੀ ਨਹੀਂ ਜਿੰਨੀ ਖਾਲਸਾ ਕਾਲਜ ਦੀ ਖਿੱਚ ਆ, ਲੋਕ ਵੇਖਣ ਜਾਂਦੇ। ਮੈਂ ਜਾ ਚੁੱਕਾ ਔਰ ਮੈਂ ਆਪਣੇ ਇੱਕ ਸੀਰੀਅਲ ਦੀ ਉੱਥੇ ਸ਼ੂਟਿੰਗ ਕਰ ਚੁੱਕਾ, ਬੜਾ ਮਜ਼ਾ ਆਇਆ, ਬਹੁਤ ਪਿਆਰੀ ਲੋਕੇਸ਼ਨ। ਸੋ ਆਪਾਂ ਅੱਗੇ ਵਧਦੇ ਹਾਂ ਜ਼ਰੂਰ। ਕੋਟਕਪੂਰਾ ਗੋਲੀकांड, ਪਰ ਇਸ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਆਮ ਆਦਮੀ ਪਾਰਟੀ ਦਾ ਜੋ 1 ਸਾਲ ਪੂਰਾ ਹੋ ਗਿਆ ਜ਼ਰੂਰ ਸਰਕਾਰ ਦਾ, ਪਹਿਲਾਂ ਤਾਂ ਕਹਿੰਦੇ ਸੀ ਨਾ ਕਿ 1 ਮਹੀਨਾ ਹੋ ਗਿਆ, 2 ਮਹੀਨੇ ਹੋ ਗਏ, ਹਨੀਮੂਨ ਪੀਰੀਅਡ, ਹੁਣ ਤੇ ਹਨੀਮੂਨ ਪੀਰੀਅਡ ਤੋਂ ਬਹੁਤ ਅੱਗੇ ਲੰਘ ਆਇਆ, 1 ਸਾਲ ਹੋ ਗਿਆ। ਸੋ ਪੰਜਾਬ ਦੇ ਲੋਕਾਂ ਵਾਸਤੇ, ਪੰਜਾਬ ਸੂਬੇ ਵਾਸਤੇ ਕਿੰਨੀ ਕੁ ਫਾਇਦੇਮੰਦ ਰਹੀ ਹੈ ਆਮ ਆਦਮੀ ਪਾਰਟੀ ਦੀ ਵਜ਼ਾਰਤ, ਇਹ ਤੁਸੀਂ ਜ਼ਰੂਰ ਦੱਸੋ। ਹਾਂ, ਇਹ ਇਹਨਾਂ ਨੂੰ 1 ਸਾਲ ਦਾ ਅਰਸਾ ਹੋ ਗਿਆ। 1 ਸਾਲ ਦੇ ਵਿੱਚ ਜੋ ਇਹਨਾਂ ਨੇ ਪ੍ਰਾਪਤੀਆਂ ਨੇ, ਜੋ ਕੁਝ ਕੀਤਾ ਹੈ, ਇਹ ਸਾਡੇ ਦਰਸ਼ਕ ਜਾਣਦੇ ਨੇ, ਪੰਜਾਬ ਦੀ ਜਨਤਾ ਜਾਣਦੀ ਆ ਔਰ ਪੂਰੇ ਦੇਸ਼ ਵੀ ਜਾਣਦੇ ਆ। NRI ਵੀਰ ਜਿਹੜੇ ਬੈਠੇ ਨੇ ਉਹਨਾਂ ਨੂੰ ਵੀ ਪਤਾ, ਕਿਉਂਕਿ ਹੁਣ ਦੱਸਣ ਵਾਲੀ ਗੱਲ ਨਹੀਂ ਹੁੰਦੀ, ਹੁਣ ਤਾਂ ਮੀਡੀਆ ਦੀ ਜਿਹੜੀ ਰਿਪੋਰਟ ਉੱਥੇ ਪਹੁੰਚ ਜਾਂਦੀ ਆ। ਜੋ ਭਗਵੰਤ ਮਾਨ ਜੀ ਬੋਲਦੇ ਨੇ, ਜੋ ਹਰਪਾਲ ਚੀਮਾ ਜੀ ਬੋਲਦੇ ਨੇ, ਵਿੱਤ ਮੰਤਰੀ, ਸਾਰਾ ਕੁਝ ਉਹਨਾਂ ਕੋਲ ਪਹੁੰਚ ਜਾਂਦਾ। ਔਰ ਇਹਦੇ ਵਿੱਚ ਜੋ ਉਹਨਾਂ ਦੀਆਂ ਪ੍ਰਾਪਤੀਆਂ ਨੇ, ਜਿਹੜੀਆਂ ਅਚੀਵਮੈਂਟਸ ਹੈਗੀਆਂ, ਉਹਨਾਂ ਨੇ ਟਿਪਸ 'ਤੇ ਗਿਣਾਤੀਆਂ ਕਿ ਅਸੀਂ ਆਹ ਕੰਮ ਕੀਤਾ। ਗਿਣਾਉਣਾ ਬਣਦਾ ਵੀ ਹੈ, ਕਿਉਂਕਿ ਉਹ ਜਵਾਬਦੇਹ ਨੇ, ਉਹਨਾਂ ਨੂੰ ਆਨਸਰ ਦਾ ਜਵਾਬ ਜਿਹੜਾ ਹੈਗਾ ਉਹ ਦੇਣਾ ਚਾਹੀਦਾ ਜਨਤਾ ਨੂੰ। ਜਨਤਾ ਨੇ ਮੰਗਣਾ ਉਹਨਾਂ ਕੋਲ ਜਵਾਬ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ 300 ਯੂਨਿਟ ਪਰ ਮੰਥ, ਪਰ ਮਹੀਨੇ ਅਸੀਂ ਬਿਜਲੀ ਫ੍ਰੀ ਕਰ ਦਿੱਤੀ ਹੈ, ਟੋਟਲ 600 ਯੂਨਿਟ ਦਾ ਜਿਹੜਾ ਸੀਗਾ। ਔਰ ਭਗਵੰਤ ਮਾਨ ਨੇ ਕਿਹਾ ਕਿ 90% ਲੋਕ ਜਿਹੜੇ ਆ ਜ਼ੀਰੋ ਬਿੱਲ ਦੇ ਰਹੇ ਆ, ਕੋਈ ਬਿੱਲ ਨਹੀਂ ਉਹਦਾ, ਕੋਈ ਬਾਕੀ ਖਰਚਾ ਨਹੀਂਗਾ, ਜ਼ੀਰੋ। ਅੱਗੇ ਤਾਂ ਆਉਂਦੇ ਨਾ ਮੀਟਰ ਦਾ ਖਰਚਾ ਆ ਗਿਆ ਜੀ, ਇਹਦਾ ਖਰਚਾ ਆ ਗਿਆ ਜੀ, ਉਹਦਾ ਵੀ 1000-1500 ਰੁਪਈਆ ਬਣਦਾ ਸੀ, ਹੁਣ ਜ਼ੀਰੋ ਬਿੱਲ ਆ ਰਿਹਾ। ਇਹ ਵੀ ਬੜੀ ਉਹਨਾਂ ਦੀ ਜਿਹੜੀ ਮਕਬੂਲ ਗੱਲ ਹੈ, ਬੜੀ ਸਮਰੱਥ ਗੱਲ ਹੈ ਔਰ ਇਹਦੇ ਵਿੱਚ ਲੋਕ ਤਕਰੀਬਨ ਖੁਸ਼ ਨੇ। ਦੂਜਾ ਉਹਨਾਂ ਨੇ ਕਿਹਾ ਕਿ ਅਸੀਂ ਮਹੱਲਾ ਕਲੀਨਿਕ ਬਣਾਏ ਆ, ਜਿਹਦੇ ਵਿੱਚ 500 ਦੇ ਕਰੀਬ ਸੀ, ਜਿਹੜੇ ਇਹਨਾਂ ਨੇ ਹੁਣ 26 ਜਨਵਰੀ ਦੇ ਵਿੱਚ ਉਹਨਾਂ ਨੇ ਨੀਂਹ ਪੱਥਰ ਰੱਖ ਕੇ ਸ਼ੁਰੂ ਕਰ ਦਿੱਤੇ ਆ। ਉਹ ਵੀ ਚੱਲੇ ਆ, ਮਹੱਲਾ ਕਲੀਨਿਕ ਸ਼ੁਰੂ ਹੋਇਆ, ਆਬਕਾਰੀ ਨੀਤੀ ਸ਼ੁਰੂ ਕੀਤੀ ਆ, ਬੇਰੁਜ਼ਗਾਰਾਂ ਨੂੰ ਜਿਹੜਾ ਉਹਨਾਂ ਨੇ ਨੌਕਰੀ ਦਿੱਤੀ ਆ, ਉਹਦੇ ਵਿੱਚ ਉਹਨਾਂ ਨੇ ਗਣਾਇਆ ਕਿ ਅਸੀਂ 27,000 ਦੇ ਕਰੀਬ ਬੇਰੁਜ਼ਗਾਰਾਂ ਨੂੰ ਨੌਕਰੀ 'ਤੇ ਲਾ ਲਿਆ। ਜਿਹੜੇ ਕੱਚੇ ਸੀ ਉਹਨਾਂ ਮੁੰਡਿਆਂ ਨੂੰ ਰੈਗੂਲਰ ਕਰ ਦਿੱਤਾ ਔਰ ਉਹਦੇ ਵਿੱਚ ਟਰਾਂਸਪੋਰਟੇਸ਼ਨ ਦਾ ਕੰਮ ਵੀ ਕਰ ਦਿੱਤਾ, ਗੱਡੀਆਂ ਦਾ ਵੀ ਕੰਮ ਕਰ ਦਿੱਤਾ। ਔਰ ਬਾਕੀ ਰਹੀ ਗੱਲ, ਉਹਨਾਂ ਨੇ ਕਿਹਾ ਕਿ ਜਿਹੜੇ ਐਜੂਕੇਸ਼ਨ ਦੇ ਸਟੈਂਡਰਡ ਦੇ ਲਈ ਉਹਨਾਂ ਨੇ ਕਿਹਾ ਕਿ ਅਸੀਂ ਇੱਥੋਂ ਦੇ ਕੁਝ ਟੀਚਰ ਟ੍ਰੇਨਿੰਗ ਲਈ ਸਿੰਗਾਪੁਰ ਵੀ ਭੇਜੇ ਆ, ਉਸ ਤੋਂ ਬਾਅਦ ਵੀ ਜਾਂਦੇ ਰਹਿਣਗੇ। ਔਰ ਉਹਦੇ ਵਿੱਚ ਸਿਲੇਬਸ ਦੇ ਵਿੱਚ ਵੀ ਕੁਛ ਨਾ ਕੁਛ ਤਬਦੀਲੀ ਕਰਨ ਲਈ ਸੋਚ ਰਹੇ ਆ। ਔਰ ਉਹਦੇ ਵਿੱਚ ਐਮੀਨੈਂਸ ਸਕੂਲ ਜਿਹੜੇ ਹੁਣੇ ਆਪਾਂ ਗੱਲ ਕੀਤੀ ਆ, 117 ਸਕੂਲ ਸ਼ੁਰੂ ਕਰ ਦਿੱਤੇ ਆ। ਇਹਦੇ ਨਾਲ ਬੇਗਿਣਤ ਉਹਨਾਂ ਨੇ ਗੱਲਾਂ ਸ਼ੁਰੂ ਕਰਵਾਈਆਂ ਗਿਣਤੀ 'ਚ। ਔਰ ਇਹ ਵੀ ਦੱਸਿਆ ਉਹਨਾਂ ਨੇ ਕਿਹਾ ਕਿ ਅਜੇ 1 ਸਾਲ ਅਜੇ ਅਸੀਂ ਘੋੜੇ 'ਚੋਂ ਇੱਕ ਪੂਣੀ ਕੱਤੀ ਆ, ਅਜੇ 4 ਸਾਲ ਬਾਕੀ ਆ, ਅਸੀਂ ਜੋ ਕੁਛ ਸਾਡੇ ਕੋਲ ਹੋਇਆ ਅਸੀਂ ਦੇਵਾਂਗੇ ਲੋਕਾਂ ਨੂੰ। ਪਰ ਇਹਦੇ ਵਿੱਚ ਆਪੋਜੀਸ਼ਨ ਨਾ ਖੁਸ਼ ਨਜ਼ਰ ਆਈ ਹੈ। ਉਹਨਾਂ ਨੇ ਕਿਹਾ, ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ, ਵੜਿੰਗ ਸਾਹਿਬ ਨੇ ਕਿਹਾ, ਔਰ ਉਹਦੇ ਵਿੱਚ ਬਾਕੀ ਵੀ ਜਿਹੜੀ ਆਪੋਜੀਸ਼ਨ ਦੇ ਲੀਡਰ ਨੇ, ਉਹਨਾਂ ਨੇ ਕਿਹਾ ਕਿ ਜੋ ਇਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਅਜੇ ਤੱਕ ਉੱਥੋਂ ਤੱਕ ਨਹੀਂ ਪਹੁੰਚੇ, ਅਜੇ ਤੱਕ ਤੇ ਦਹਲੀਜ਼ 'ਤੇ ਹੀ ਆ, ਇਹ ਅਜੇ ਤੱਕ ਐਂਟਰੀ ਨਹੀਂ ਕੋਈ ਵੀ ਹੋਈ, ਅਤੇ ਅਜੇ ਦਹਲੀਜ਼ ਦੇ ਵਿੱਚ ਇਹਨਾਂ ਦਾ ਇੱਕ ਪੈਰ ਹੈਗਾ। ਅਜੇ ਜਦੋਂ ਮੁੰਡਾ ਵਿਆਹਿਆ ਜਾਂਦਾ ਅਤੇ ਕੁੜੀ ਨਵੀਂ ਆਉਂਦੀ ਆ ਅਤੇ ਉਹਨੂੰ ਜਦੋਂ ਅੰਦਰ ਲਿਆਉਂਦੇ ਆ ਅਤੇ ਉਦੋਂ ਤੇਲ ਚੋ ਕੇ ਬਰੂਹਾਂ 'ਚ ਲਿਆਉਂਦੇ ਆ, ਉਹ ਕਹਿੰਦੇ ਜੇ ਤੇਲ ਚੋ ਕੇ ਅੰਦਰ ਹੀ ਪੈਰ ਪਾਇਆ ਇਹਨਾਂ ਨੇ, ਅਜੇ ਇਹਨਾਂ ਨੇ ਕੋਈ ਆਪੋਜੀਸ਼ਨ ਨਹੀਂ ਛੱਡਦੀ। ਆਪੋਜੀਸ਼ਨ ਨੇ ਕੀਤਾ ਵੀ ਅਜੇ ਜ਼ੀਰੋ ਤੱਕ ਕੰਮ ਆ। ਉਹਨਾਂ ਕਿਹਾ ਜੇ ਜ਼ੀਰੋ ਬਿੱਲ ਬਿਜਲੀ ਦਾ ਹੈਗਾ ਤਾਂ ਜ਼ੀਰੋ ਕੰਮ ਆ, ਆਪੋਜੀਸ਼ਨ 'ਤੇ ਕਹਿ ਰਹੀ। ਇਹ ਵੀ ਕਹਿ ਰਹੇ ਨੇ ਕਿ
ਆਮ ਆਦਮੀ ਪਾਰਟੀ ਤਾਂ ਇਹ ਸੋਚ ਰਹੀ ਹੈ ਕਿ 5 ਸਾਲ ਟਪਾਉਣੇ ਕਿਵੇਂ ਨੇ, ਹਾਂ ਕਿਉਂਕਿ ਇਹਨਾਂ ਕੋਲ ਕੁਝ ਨਹੀਂ ਹੋਣਾ। ਇਹ ਵੀ ਕਹਿੰਦੀ ਪਈ ਉਹ ਵੀ opposition। ਕਹਿ ਰਹੀ ਹੈ, ਉਹ ਤਾਂ ਕਹਿੰਦੇ ਕਿ ਬਰਖਾਸਤ ਕਰੋ ਇਹਨਾਂ ਨੂੰ, ਕੱਢੋ। ਤੇ ਸਾਨੂੰ ਉਹਨਾਂ ਨੇ ਕਹਿਤਾ, ਸੁਖਬੀਰ ਬਾਦਲ ਸਾਹਿਬ ਕਹਿ ਰਹੇ ਆ, ਉਹਨਾਂ ਤਾਂ ਬੜੇ ਜ਼ੋਰਦਾਰ ਨਗਾਰਾ ਮਾਰਿਆ ਕਿ ਤੁਸੀਂ ਇਹਨਾਂ ਨੂੰ ਬਾਹਰ ਕੱਢੋ ਤੇ ਅਸੀਂ ਤੁਹਾਨੂੰ ਕੰਮ ਕਰਕੇ ਦਿਖਾਉਂਦੇ ਹਾਂ। ਜੋ ਅਸੀਂ ਕੰਮ ਕਰ ਰਹੇ ਹਾਂ ਜਾਂ ਕਰਾਂਗੇ ਉਹ ਤੁਹਾਨੂੰ ਸ਼ਾਇਦ ਕਿਤੇ ਸੁਪਨੇ 'ਚ ਚੇਤੇ ਨਹੀਂ ਹੋਊਗਾ। ਇਹਨਾਂ ਅਜੇ ਕੁਝ ਨਹੀਂ ਕੀਤਾ। ਤੇ ਜਦੋਂ ਇਹਨਾਂ ਕੋਲ 10 ਸਾਲ ਵਜ਼ਾਰਤ ਸੀ ਅਕਾਲੀ ਪਾਰਟੀ ਕੋਲ, 15 ਸਾਲ, ਤੇ ਉਦੋਂ ਫਿਰ ਕੀ ਕੀਤਾ ਕਿ ਸਿਰਫ 3 ਸੀਟਾਂ ਹੀ ਮਿਲੀਆਂ ਨੇ, ਬਾਕੀ ਤੁਹਾਨੂੰ ਮਿਲੀਆਂ ਹੀ ਨਹੀਂ। ਕਿਉਂ ਨਹੀਂ ਮਿਲੀਆਂ ਤੁਹਾਨੂੰ? ਇਹ ਵੀ ਤਾਂ ਤੁਹਾਨੂੰ ਜਵਾਬ ਦੇਣਾ ਚਾਹੀਦਾ ਨਾ। ਇਹ ਤਾਂ ਲੋਕਾਂ ਦੀ ਪਾਵਰ ਹੈ ਨਾ, ਲੋਕਾਂ ਦੀ ਸੋਚ ਹੈ ਨਾ, ਲੋਕ ਚਾਹੁੰਦੇ ਨੇ। ਫਿਰ ਲੋਕਾਂ ਨੂੰ ਕੀ ਪਸੰਦ ਨਹੀਂ ਆਇਆ ਤੁਹਾਡਾ? ਹਾਂ, ਲੋਕਾਂ ਦੀ ਸੋਚ ਦਾ ਤੁਸੀਂ ਹਿੱਸਾ ਕਿਉਂ ਨਹੀਂ ਰਹੇ? ਕਿਉਂ ਨੇ ਲੋਕਾਂ ਨੇ ਤੁਹਾਨੂੰ ਜਿਤਾਇਆ? ਪਰ ਵੈਸੇ ਜੇ ਆਪੋਜੀਸ਼ਨ ਨਹੀਂ ਕਹਿੰਦੀ ਤੇ ਇਹ ਕੰਮ ਇਹ ਵੀ ਨਹੀਂ ਕਰਨਗੇ। ਇਹਨਾਂ ਵੀ ਲੰਮੀਆਂ ਤਾਣ ਕੇ ਸੌਂ ਸਕਦੇ। ਬਿਲਕੁਲ, ਆਪੋਜੀਸ਼ਨ ਦਾ ਕੰਮ ਹੈ ਕਹਿਣਾ। ਆਪੋਜੀਸ਼ਨ ਜਗਾਉਂਦੀ ਹੈ ਵੀ ਤੇ ਘਰਾੜੇ ਨਾ ਮਾਰੋ, ਕੰਮ ਕਰੋ ਤਾਂ ਜਾਂ ਕੇ ਤੁਹਾਡਾ ਸਮਾਂ ਨਿਕਲਦਾ ਜਾ ਰਿਹਾ। ਨਹੀਂ ਤਾਂ ਅਸੀਂ ਵਾਰੀ ਤੇ ਆ ਜਾਾਂਗੇ, ਹੈ ਨਾ। ਗੱਡਾ ਗਡੋਰੀਆ ਕਿੰਨਾ ਕੁ ਪਾ, ਇੱਕ ਮੁੱਕੀ ਚੁੱਕ ਲਾ, ਦੂਜੀ ਨੂੰ ਤਿਆਰ। ਅਸੀਂ ਵੀ ਤਿਆਰ ਬੈਠੇ ਹਾਂ। ਆਪੋਜੀਸ਼ਨ ਕਰਦੀ ਹੈ, ਸੈਂਟਰ 'ਚ ਵੀ ਉਹੀ ਆਪੋਜੀਸ਼ਨ ਬੈਠੀ ਹੈ, ਇਸ 'ਚ ਵੀ ਆਪੋਜੀਸ਼ਨ ਬੈਠੀ ਹੈ। ਲੋਕਾਂ ਨੂੰ ਰਿਪਰੈਜ਼ੈਂਟੇਟਿਵ ਪ੍ਰਤੀਨਿਧਤਾ ਜਿਹੜੀ ਆਪੋਜੀਸ਼ਨ ਕਰਦੀ ਹੈ, ਅੱਛੀ ਗੱਲ ਆ, ਮਾੜੀ ਵੀ ਨਹੀਂ। ਜੋ ਕੁਝ ਕਹਿੰਦੇ ਆ, ਕੁਝ ਸੱਚੀਆਂ ਗੱਲਾਂ, ਕੁਝ ਝੂਠੀਆਂ ਵੀ ਹੁੰਦੀਆਂ, ਕੁਝ ਮਸਾਲਾ ਲਾ ਕੇ ਵੀ ਕਰਦੇ ਆ। ਕੰਮ ਹੋਇਆ ਸਾਡਾ ਕੰਮ ਜਿੰਨਾ ਕੰਮ ਕੀਤਾ ਭਗਵੰਤ ਮਾਨ ਸਰਕਾਰ ਨੇ। ਵੈਸੇ ਲੋਕਾਂ ਦੀ ਆਲੋਚਨਾ ਘੱਟ ਹੋਈ ਹੈ, ਲੋਕ ਖੁਸ਼ ਨੇ। ਕਦੀ ਤੁਸੀਂ ਪਬਲਿਕ ਦਾ ਕੋਈ ਕ੍ਰਿਟਿਸਾਈਜ਼, ਕੋਈ ਪਬਲਿਕ ਵੱਲੋਂ ਕੋਈ ਨੁਕਤਾਚੀਨੀ ਘੱਟ ਸੁਣੋਗੇ। ਫੇਸਬੁੱਕ ਤੇ ਦੇਖ ਲਓ, YouTube ਤੇ ਦੇਖ ਲਓ, ਲੋਕ ਇਸ ਵੇਲੇ ਚੈਨ 'ਚ ਨੇ, ਸੁੱਖ 'ਚ ਨੇ। ਇਸੇ ਕਰਕੇ ਆ, ਪਰ ਡਿਮਾਂਡ ਬਹੁਤ ਨੇ। ਖਾਸ ਤੌਰ 'ਤੇ ਪ੍ਰਤਾਪ ਸਿੰਘ ਬਾਜਵਾ ਨੇ, ਵੜਿੰਗ ਸਾਹਿਬ ਨੇ ਕਿਹਾ ਕਿ ਤੁਸੀਂ ਬੀਬੀਆਂ ਦੀ ਕਿਉਂ ਲੜਾਈ ਪਾਤੀ ਹੈ। ਬੀਬੀਆਂ ਨੂੰ 1000 ਰੁਪਈਆ ਦੇਣ ਲਈ ਤੁਸੀਂ ਉਦੋਂ ਮੈਨੀਫੈਸਟੋ 'ਚ ਕਿਹਾ ਸੀਗਾ, ਪਰ ਉਹ ਅਜੇ ਤੱਕ ਪ੍ਰਸਤਾਵ ਪੂਰਾ ਨਹੀਂ ਹੋਇਆ। ਤੁਹਾਡੇ ਕੋਲ ਕੁਝ ਹੈ ਨਹੀਂ ਜਾਂ ਕਿਉਂ ਨਹੀਂ? ਬੀਬੀਆਂ ਨੇ ਤੁਹਾਨੂੰ ਜਿਤਾਇਆ ਵਾ। ਰਾਜਾ ਵੜਿੰਗ ਜੀ, ਤੇ ਭਗਵੰਤ ਮਾਨ ਨੇ ਕਹਿਤਾ ਕਿ ਤੁਸੀਂ ਵੀ ਇਦਾਂ ਦੀ ਕਦੀ ਕੋਈ ਨਾ ਕੋਈ ਸਕੀਮ ਤਿਆਰ ਕਰੋ, ਤੁਸੀਂ ਵੀ ਬੀਬੀਆਂ ਬਾਰੇ ਕੁਝ ਨਾ ਕੁਝ ਕਰੋ। ਕਿਉਂਕਿ ਬੀਬੀਆਂ ਚਾਹੁੰਦੀਆਂ ਨੇ, ਬੀਬੀਆਂ ਦੀ ਤਾਦਾਦ ਹੈ, ਪੜ੍ਹੀਆਂ ਲਿਖੀਆਂ ਨੇ। ਪੰਜਾਬ ਦੀ ਖਾਸ ਕਰਕੇ ਕੁੜੀਆਂ ਜਿਹੜੀਆਂ ਮੁਟਿਆਰਾਂ ਨੇ, ਬਹੁਤ ਪੜ੍ਹੀਆਂ ਲਿਖੀਆਂ ਨੇ, ਸੂਝਵਾਨ ਨੇ। ਤਾਂ ਹੀ ਤਾਂ ਉਹ ਕਹਿੰਦੀਆਂ ਪਈਆਂ ਨੇ ਕਿ ਗਵਰਨਮੈਂਟ ਕੋਲ ਜੇ ਪੈਸੇ ਨਹੀਂ ਹੈਗੇ ਤਾਂ ਕੋਈ ਗੱਲ ਨਹੀਂ, ਅਸੀਂ ਵੇਟ ਕਰ ਲੈਂਦੀਆਂ। ਪਰ ਰਾਜਾ ਵੜਿੰਗ ਜੀ ਨਾ, ਉਹ ਲੇਡੀਜ਼ ਨੂੰ ਤਿਆਰ ਕਰਦੇ ਪਏ ਨੇ ਕਿ ਹੋ ਜੋ ਮਾਨ ਸਾਹਿਬ ਦੇ ਦੁਆਲੇ, ਤੁਹਾਨੂੰ 1000 ਰੁਪਇਆ ਪ੍ਰੋਮਿਸ ਕੀਤਾ ਸੀ, ਨਹੀਂ ਦਿੱਤਾ। ਪਰ ਬੀਬੀਆਂ ਸੂਝਵਾਨ ਨੇ, ਉਹ ਕਹਿੰਦੀਆਂ ਨੇ ਨਹੀਂ, ਜਦ ਮਾਲੀ ਹਾਲਤ ਠੀਕ ਨਹੀਂ ਹੈਗੀ ਤਾਂ ਅਸੀਂ ਥੋੜੀ ਦੇਰ ਵੇਟ ਕਰ ਲੈਣੀ ਆ। ਹਾਂ, ਇਹ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੈਸਾ ਨਹੀਂ ਰੱਖਾਂਗੇ ਉਹਨਾਂ ਦਾ, ਸਾਰਾ ਕੁਝ ਦੇਵਾਂਗੇ। ਪਰ ਇਹ ਹੈਗਾ ਕਿ ਇੰਪਲੀਮੈਂਟ ਉਦੋਂ ਹੋਣਾ ਜਦੋਂ ਇਹਨਾਂ ਸ਼ੁਰੂ ਕੀਤਾ ਉਦੋਂ। ਬਾਕੀ ਇਹ ਨਹੀਂ ਵੀ ਜਦੋਂ ਸਰਕਾਰ ਬਣ ਗਈ ਉਹਨਾਂ ਦਾ ਬਕਾਇਆ ਦੇ ਦਾਂਗੇ, ਉਹ ਕੁਝ ਨਹੀਂ ਹੈਗਾ। ਜਿਹੜੀ ਕੁੜੀਆਂ ਦੇ ਵਿਆਹਾਂ ਦੇ ਸ਼ਗਨ ਨੇ, ਗਰੀਬ ਬੱਚਿਆਂ ਦੇ ਜਿਹੜੇ ਸ਼ਗਨ ਦਿੰਦੇ ਆ 51,000 ਰੁਪਏ ਦੇ ਕਰੀਬ, ਉਹ ਵੀ ਇਹਨਾਂ ਨੇ ਸੈਂਕਸ਼ਨ ਕਰ ਰਹੇ ਆ। ਜਿਹੜੇ ਬੱਚੇ ਗਰੀਬ ਨੇ, ਲੋੜਵੰਦ ਨੇ, ਔਰ ਅੱਛੀ ਗੱਲ ਆ। ਪਰ ਕਈ ਵਾਰੀ ਇਹ ਗੱਲ ਹੁੰਦਾ ਖੰਨਾ ਜੀ ਕਿ ਜਦੋਂ ਪੈਸਾ ਉੱਤੋਂ ਆ ਜਾਂਦਾ, ਪੈਸਾ ਦੇਣਾ ਜਦੋਂ ਪਹੁੰਚਦਾ, ਵੰਡਾਈ ਹੁੰਦੀ ਆ, ਪੰਚਾਇਤਾਂ ਰਾਹੀਂ ਜਾਂਦਾ, ਉਹਨਾਂ ਦੇ ਅਕਾਊਂਟ 'ਚ ਜਾਂਦਾ, ਉਦੋਂ ਦੇਰੀ ਆ ਜਾਂਦੀ ਹੈ। ਕਈ ਵਾਰੀ ਉੱਥੋਂ ਪੈਸੇ ਜ਼ਿਆਦਾ ਆਉਂਦੇ ਆ ਤੇ ਜਦੋਂ ਉਹਨਾਂ ਦੇ ਅਕਾਊਂਟ 'ਚ ਪਹੁੰਚਦੇ ਆ, ਉਹ ਥੋੜ੍ਹੇ ਪਹੁੰਚਦੇ ਆ। ਰਾਜੀਵ ਗਾਂਧੀ ਨੇ ਇੱਕ ਵਾਰੀ ਕਿਹਾ ਸੀਗਾ, ਉੱਥੇ ਦਿੱਲੀ ਉਦੋਂ ਸੀਗੇ ਇਹ ਪ੍ਰਧਾਨ ਮੰਤਰੀ ਦੇਸ਼ ਦੇ, ਉਹ ਕਹਿੰਦੇ ਮੈਂ ਉੱਥੋਂ ਰੁਪਈਆ ਭੇਜਦਾ ਪੰਜਾਬ ਲਈ, ਪਰ ਉਹਦੇ 8 ਆਨੇ ਰਹਿ ਜਾਂਦੇ ਆ ਲੋਕਾਂ ਦੇ ਘਰ ਤੱਕ ਪਹੁੰਚਣ ਦੇ। ਮਤਲਬ 50% ਲੋਕਾਂ ਦੇ ਬਟੂਏ 'ਚ ਜਾਂਦਾ, ਬਾਕੀ ਰਾਹ 'ਚ ਜਿਹੜਾ ਉਹ ਬਿਲਕੁਲ ਜੀ। ਦੇਖੋ ਨਾ, ਪੰਜਾਬ ਦੇ ਲੋਕਾਂ ਨੂੰ ਜਿਹੜੀ ਸਾਡੀ ਸੂਬੇ ਦੀ ਪਾਰਟੀ ਹੈ ਨਾ, ਅਕਾਲੀ ਪਾਰਟੀ, ਉਸ ਤੋਂ ਬੜੀਆਂ ਉਮੀਦਾਂ ਨੇ, ਸ਼ੁਰੂ ਤੋਂ ਹੀ ਬੜੀਆਂ ਉਮੀਦਾਂ ਨੇ। ਕਿਉਂਕਿ ਅਸੀਂ ਕਿਤੇ ਨਾ ਕਿਤੇ ਦੇਖਦੇ ਹਾਂ, ਕਾਂਗਰਸ ਕੌਮੀ ਪਾਰਟੀ ਹੈ, ਬੀਜੇਪੀ ਕੌਮੀ ਪਾਰਟੀ ਹੈ, ਆਮ ਆਦਮੀ ਪਾਰਟੀ ਵੀ ਕੌਮੀ ਪਾਰਟੀ ਬਣਨ ਵੱਲ ਵੱਧਦੀ ਪਈ ਹੈ। ਪਰ ਅਕਾਲੀ ਪਾਰਟੀ, ਅਕਾਲੀ ਦਲ ਜਿਹੜਾ ਨਾ, ਇਹ ਸੂਬੇ ਦੀ, ਪੰਜਾਬ ਦੀ ਪਾਰਟੀ, ਖੇਤਰੀ ਪਾਰਟੀ ਹੈ। ਤੇ ਪੰਜਾਬ ਦੀ ਰੂਹ ਨੂੰ ਵੀ ਚੰਗੀ ਤਰ੍ਹਾਂ ਪਛਾਣਦੇ ਨੇ, ਪੰਜਾਬ ਦੀ ਨਬਜ਼ ਨੂੰ ਵੀ ਚੰਗੀ ਤਰ੍ਹਾਂ ਪਛਾਣਦੇ ਨੇ, ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰ ਅੰਦਰੋਂ ਜਾਣਦੇ ਨੇ। ਸਹੀ ਗੱਲ। ਇਸ ਕਰਕੇ ਅਕਾਲੀ ਦਲ ਤੋਂ ਬਹੁਤ ਉਮੀਦਾਂ ਨੇ ਪੰਜਾਬ ਦੇ ਲੋਕਾਂ ਨੂੰ। ਹੁਣ ਸੁਖਬੀਰ ਬਾਦਲ ਸਾਹਿਬ ਨੂੰ ਚਾਹੀਦਾ ਹੈ, ਸੁਖਬੀਰ ਭਾਜੀ ਨੂੰ ਚਾਹੀਦਾ ਕਿ ਉਮੀਦਾਂ ਤੇ ਖਰੇ ਉਤਰਨ ਲਈ ਕਮਰ ਕੱਸ ਲਵੋ, ਔਰ ਜਿਹੜੀ ਓਵਰਹੋਲਿੰਗ ਕਰਨੀ ਹੈ ਪਾਰਟੀ ਦੇ ਅੰਦਰ, ਸਿਸਟਮ ਦੇ ਅੰਦਰ, ਜੋ ਵੀ ਕਰਨਾ ਹੈ, ਉਹ ਪੂਰੀ ਤਰ੍ਹਾਂ ਓਵਰਹੋਲਿੰਗ ਕਰਕੇ ਨੈਕਸਟ ਇਲੈਕਸ਼ਨਸ ਵਾਸਤੇ, ਨੈਕਸਟ ਟਾਈਮ ਵਾਸਤੇ ਤਿਆਰ ਰਹੋ। ਔਰ ਇਸ ਵਕਤ ਪੰਜਾਬ ਨੂੰ ਸਾਂਭਣਾ, ਪੰਜਾਬ ਦੇ ਸੂਬੇ ਨੂੰ ਸੰਭਾਲਣਾ ਸਾਡੇ ਸਾਰੇ ਪੰਜਾਬੀਆਂ ਦਾ ਫਰਜ਼ ਹੈ। ਕਿਉਂਕਿ ਜਿਸ ਪੁਆਇੰਟ ਤੇ ਅਸੀਂ ਆ ਕੇ ਖੜੇ ਹੋ ਗਏ ਹਾਂ ਨਾ ਪੰਜਾਬ ਦੇ ਵਿੱਚ, ਚਾਹੇ ਉਹ ਸਾਡੀ ਸਿਆਸਤ ਹੈ, ਚਾਹੇ ਉਹ ਸਾਡੀ ਅਰਥਚਾਰਾ ਹੈ, ਸਾਡੀ ਇਕਨੋਮੀ ਹੈ, ਹੁਣ ਇਹ ਤੇਰੀ ਪਾਰਟੀ ਮੇਰੀ ਪਾਰਟੀ ਖੇਡਣਾ ਬੰਦ ਕਰ ਦਈਏ, ਲੱਤਾਂ ਖਿੱਚਣੀਆਂ ਇੱਕ ਦੂਜੇ ਦੀਆਂ ਬੰਦ ਕਰ ਦਈਏ। ਹੁਣ ਸੂਬੇ ਨੂੰ ਸੰਭਾਲੀਏ। ਜੇ ਸੂਬਾ ਜਿਉਂਦਾ ਰਹਿੰਦਾ ਹੈ, ਸੂਬਾ ਸਾਂਭਿਆ ਰਹਿੰਦਾ, ਤਾਂ ਹੀ ਸਾਡੀ ਸਿਆਸਤ ਚੱਲ ਸਕਦੀ ਹੈ। ਜੇ ਸੂਬੇ ਦੀ ਹਾਲਤ ਡਗਮਗਾ ਰਹੀ ਹੈ, ਔਰ ਜਿਵੇਂ ਫਾਈਨੈਂਸ਼ੀਅਲ ਐਕਸਪਰਟਸ ਕਹਿ ਰਹੇ ਨੇ, ਇਕੋਨੋਮਿਸਟ ਕਹਿ ਰਹੇ ਨੇ ਕਿ ਹਨੇਰੇ ਵੱਲ ਜਾ ਰਹੇ ਹਾਂ ਜੋ ਸਾਡੀ ਇਕੋਨੋਮੀ ਦਾ ਹਾਲ ਹੈ, ਤਾਂ ਇਸ ਵਕਤ ਸਿਆਸਤ ਨਹੀਂ ਚਾਹੀਦੀ। ਇਸ ਵਕਤ ਦਿਲੋਂ ਪੰਜਾਬ ਨੂੰ ਸਾਂਭਣ ਦੀ ਗੱਲ ਕਰੀਏ, ਪੰਜਾਬ ਨੂੰ ਸੰਭਾਲਣ ਦੀ ਗੱਲ ਕਰੀਏ। ਸਿਆਸਤ ਫਿਰ ਕਦੀ ਖੇਡ ਲਵਾਂਗੇ, ਸਿਆਸਤ ਦੀਆਂ ਖੇਡਾਂ ਨੂੰ ਪੋਸਟਪੋਨ ਕਰ ਦਿੰਦੇ ਹਾਂ।
ਜਿਸ ਤਰ੍ਹਾਂ ਸੁਖਬੀਰ ਬਾਦਲ ਜੀ ਦੀ ਗੱਲ ਕੀਤੀ ਤੁਸੀਂ, ਇਹਨਾਂ ਨੇ ਪਹਿਲਾਂ ਤਾਂ ਇਲੈਕਸ਼ਨ ਜਦੋਂ ਲੜੀ ਹੈ ਬੀਜੇਪੀ ਨਾਲ ਇਹਨਾਂ ਦਾ ਗੱਠਜੋੜ ਬੰਧਨ ਸੀ। ਰਿਹਾ ਜੀ, ਔਰ ਉਹਦੇ ਵਿੱਚ ਉਹਨਾਂ ਦੇ ਮੰਤਰੀ ਵੀ ਰਹੇ ਆ, ਜਲੰਧਰ ਤੋਂ ਵੀ ਰਹੇ ਆ ਔਰ ਪੂਰੇ ਪੰਜਾਬ ਤੋਂ ਰਹੇ ਆ, ਔਰ ਖਾਸ ਤੌਰ ਤੇ ਪੰਜਾਬ ਦੀ ਜਿਹੜੀ ਆ ਵਾਗਡੋਰ ਇਹਨਾਂ ਦੇ ਹੱਥ 'ਚ ਰਹੀ ਆ। ਔਰ 5 ਵਾਰੀ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਪੰਜਾਬ ਦੇ, ਔਰ ਉਹਦੇ ਵਿੱਚ ਖਾਸ ਤੌਰ ਤੇ ਮੁੱਖ ਮੰਤਰੀ ਆਪ ਹੀ ਰਹੇ ਆ, ਜੇ ਰਹੇ ਆ ਤੇ ਜੇ ਉਪ ਮੁੱਖ ਮੰਤਰੀ ਰਹੇ ਆ ਤੇ ਆਪਣੇ ਸੁਖਬੀਰ ਬਾਦਲ ਸਾਹਿਬ ਰਹੇ ਆ, ਗ੍ਰਹਿ ਮੰਤਰੀ ਵੀ ਆਪ ਹੀ ਰਹੇ ਆ। ਔਰ ਉਹਦੇ ਵਿੱਚ ਉਸ ਤੋਂ ਬਾਅਦ ਜਿਹੜੀ ਹੁਣ ਇਲੈਕਸ਼ਨ ਜੇ ਹਰੇ ਆ 3 ਸੀਟਾਂ ਜਦੋਂ ਮਿਲੀਆਂ ਇਹਨਾਂ ਨੂੰ ਔਰ ਆਪ ਜੇਤੂ ਰਹੀ ਆ, ਇਹਦੇ ਵਿੱਚ ਵੀ ਜਦੋਂ ਇਹਨਾਂ ਨੇ ਬੀਐਸਪੀ ਨਾਲ ਗਣਤੁਪ ਕੀਤੀ ਸੀ ਕਿ ਅਸੀਂ ਤੁਹਾਡਾ ਵੀ ਉਪ ਮੁੱਖ ਮੰਤਰੀ ਬਣਾ ਦਾਂਗੇ ਤਾਂ ਕਿ ਸਾਨੂੰ ਵੀ ਜਿਤਾਓ, ਔਰ ਉਹਦੇ ਵਿੱਚ ਵੀ ਇਹਨਾਂ ਨੂੰ ਕੋਈ ਬੂਰ ਨਹੀਂ ਪਿਆ, ਕੋਈ ਫੁੱਲ ਨਹੀਂ ਖਿੜੇ। ਔਰ ਉਸ ਤੋਂ ਬਾਅਦ 2 ਪਾਰਟੀਆਂ ਦੇ ਵਿੱਚੋਂ ਤੇ ਹੋ ਗਿਆ ਨਾ ਕੰਮ ਕਿ ਬੀਜੇਪੀ ਨਾਲ ਇਹਨਾਂ ਦਾ ਬੰਧਨ ਗਿਆ ਟੁੱਟ, ਕਿਉਂਕਿ ਬੀਜੇਪੀ ਇਸ ਵੇਲੇ ਜਿਹੜੀ ਹੈ ਪੰਜਾਬ ਦੇ ਵਿੱਚ ਪੂਰੀ ਇਸ ਵੇਲੇ ਸਰਗਰਮ ਆ, ਔਰ ਉਹਦੇ ਵਿੱਚ ਅਸ਼ਵਨੀ ਕੁਮਾਰ ਜੀ ਦੇ ਪ੍ਰਧਾਨ ਨੇ। ਔਰ ਹੁਣ ਜਿਹੜੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਖਾਸ ਤੌਰ ਤੇ ਇਕੱਲੇ ਲੜਾਂਗੇ, ਇਕੱਲੇ ਟਿਕਟਾਂ ਦੀ ਵੰਡ ਕਰਾਂਗੇ, ਔਰ ਅਸੀਂ ਜਿਹੜੀਆਂ ਵੋਟਾਂ ਦੀ ਜਿਹੜੀ ਲੋਕਾਂ ਕੋਲ ਲੈਣ ਦੀ ਜਿਹੜੀ ਗੁਜ਼ਾਰਿਸ਼ ਕਰਾਂਗੇ। ਖਾਸ ਕਰਕੇ ਜਿਹੜੀ ਬੀਜੇਪੀ ਆ ਇਹ ਸ਼ਹਿਰਾਂ ਦੇ ਵਿੱਚ ਤਾਂ ਬਹੁਤ ਨੇੜੇ ਲੋਕਾਂ ਦੇ, ਔਰ ਪਿੰਡਾਂ 'ਚ ਜਿਹੜੀ ਆ ਥੋੜ੍ਹਾ ਜਿਹਾ ਉਹਨਾਂ ਦਾ ਅਜੇ ਬਣਨਾ ਉਹਨਾਂ ਦਾ ਲੋਕਾਂ ਦਾ ਮੇਲ ਜੋਲ, ਕਿਉਂਕਿ ਉੱਥੇ ਜਿੱਦਾਂ ਤੁਸੀਂ ਗੱਲ ਕੀਤੀ ਅਕਾਲੀ ਦਲ ਪਿੰਡਾਂ ਨਾਲ ਬਹੁਤ ਜੁੜਿਆ, ਕਿਉਂਕਿ ਸੰਗਤ ਦਰਸ਼ਨ ਜਦੋਂ ਕਰਦੇ ਰਹੇ ਆ ਬਾਦਲ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਜੀ ਸੰਗਤ ਦਰਸ਼ਨ ਕਰਦੇ ਆ, ਫੇਸ ਟੂ ਫੇਸ ਗੱਲ ਕਰਦੇ ਲੋਕਾਂ ਨਾਲ, ਉਸੇ ਵੇਲੇ ਸੋਲਵ ਕਰ ਦਿੰਦੇ ਸੀ ਕਿਸੇ ਦੀ ਕੋਈ ਮੁਸੀਬਤ ਆ, ਕੁਛ ਉਹਨਾਂ ਦੀ ਕੋਈ ਮੁਸ਼ਕਲ ਆ, ਪੈਸੇ ਦੀ ਲੋੜ ਆ, ਸਾਰਾ ਕੁਛ ਹੈਗਾ। ਔਰ ਕਈ ਵਾਰੀ ਹਸਾਉਂਦੇ ਵੀ ਸੀ ਕਿ ਜੇ ਕੋਈ ਪੈਸੇ ਦੀ ਗੱਲ ਆ, ਪੰਚਾਇਤਾਂ ਪੈਸਾ ਮੰਗਦੀਆਂ ਤਾਂ ਕਹਿੰਦੇ ਵੇਖ ਲਓ ਮੇਰੇ ਬੋਝ ਵਿੱਚ 2 ਰੁਪਏ ਨਹੀਂ ਹੈਗੇ, ਮੈਂ ਤੁਹਾਨੂੰ ਪੈਸੇ ਕਿੱਥੋਂ ਦੇਣੇ ਆ, ਮੈਂ ਤਾਂ ਪੈਸੇ ਚੰਡੀਗੜ੍ਹ ਵੇਖੂੰਗਾ ਅੱਗੇ ਫਾਈਨਾਂਸ ਮਿਨਿਸਟਰ ਨਾਲ ਗੱਲ ਕਰਕੇ, ਮੇਰੇ ਕੋਲ ਤਾਂ ਸਿਆਸੀ ਜੋਕਸ ਨੇ, ਸਰਕਾਰੀ ਗੱਡੀ ਤੇ ਆਇਆ ਮੈਂ, ਪੋਲੀਟੀਕਲ ਜੋਕਸ। ਹਾਂ, ਜੇ ਨਾ ਪੈਸੇ ਦੇ ਮੈਂ ਤੁਰ ਕੇ ਆ ਜਾਣਾ ਸੀਗਾ। ਔਰ ਬਹੁਤ ਲੋਕਾਂ ਨਾਲ ਮਿਲੇ ਆ, ਇਸ ਗੱਲ ਦੀ ਖੁਸ਼ੀ ਲੋਕਾਂ ਨੂੰ ਪ੍ਰਗਟ ਹੁੰਦੀ ਕਿ ਲੋਕਾਂ ਦੇ ਘੱਟੋ ਘੱਟ ਮਿਲਦੇ ਤੇ ਲੋਕ ਇਹ ਚਾਹੁੰਦੇ ਆ ਕਿ ਭਾਵੇਂ ਕੰਮ ਹੋਵੇ ਨਾ ਹੋਵੇ ਪ੍ਰਕਾਸ਼ ਸਿੰਘ ਬਾਦਲ ਤੇ ਸਾਡੇ ਸਾਹਮਣੇ ਬੈਠਾ ਨਾ, ਸਾਡੀ ਗੱਲ ਮੁਸ਼ਕਲ ਤਾਂ ਸੁਣ ਰਿਹਾ। ਬਿਲਕੁਲ ਸਹੀ ਗੱਲ ਹੈ, ਔਰ ਇਹ ਸਭ ਚੀਜ਼ਾਂ ਜਿਹੜੀਆਂ ਨੇ ਨਾ ਹੁਣ ਖਾਸ ਤੌਰ ਤੇ ਸਾਨੂੰ ਧਿਆਨ ਵਿੱਚ ਦੇਣੀਆਂ ਚਾਹੀਦੀਆਂ ਨੇ। ਜ਼ਰੂਰ। ਔਰ ਅੱਗੇ ਚੱਲੀਏ ਜੀ ਆਪਾਂ, ਜ਼ਰੂਰ। ਅੱਗੇ ਕੋਟਕਪੂਰਾ ਗੋਲੀकांड, ਹਾਂ ਇਹ ਮਸਲਾ ਸੁਖਬੀਰ ਬਾਦਲ ਸਾਹਿਬ ਦੀ ਜਿਹੜੀ ਅਰਜ਼ੀ ਹੈ ਜ਼ਮਾਨਤ ਦੀ ਅਰਜ਼ੀ ਔਰ ਐਸਐਸਪੀ ਦੀ ਵੀ ਉਹ ਰੱਦ ਹੋ ਗਈ। ਹਾਂ, ਉਹਨਾਂ ਦੇ ਵੀ ਜਿਹੜੇ ਮੌਜੂਦਾ ਐਸਐਸਪੀ ਸੀ ਉੱਥੇ ਉਹਨਾਂ ਦੀ ਵੀ ਰੱਦ ਹੋ ਗਈ ਔਰ ਇਹਨਾਂ ਦਾ ਵੀ ਜਿਹੜੀ ਆ ਉਹ ਨਈ ਅਰਜ਼ੀ ਜਿਹੜੀ ਆ ਅੱਗੇ ਪਹੁੰਚ ਸਕੀ। ਔਰ ਇਹ 'ਤੇ ਬਹਿਸ ਬਹੁਤ ਹੋਈ ਆ ਪਹਿਲੋਂ 2-3 ਦਿਨ ਤੋਂ, ਲੋਕਾਂ ਦੀਆਂ ਅੱਖਾਂ ਇਸੇ ਪਾਸੇ ਸੀ ਵੀ ਕਿਹਦੀ ਜ਼ਮਾਨਤ ਹੁੰਦੀ ਜਾਂ ਨਹੀਂ ਹੁੰਦੀ। ਔਰ ਉਹਦੇ ਵਿੱਚ ਦੇਖੋ ਜਦੋਂ ਐਡੀਸ਼ਨਲ ਮੈਜਿਸਟ੍ਰੇਟ ਸੀਗੇ ਜਿਹੜੇ ਫਰੀਦਕੋਟ ਦੇ, ਜਿਨ੍ਹਾਂ ਨੇ ਫੈਸਲਾ ਕੀਤਾ, ਉਹਨਾਂ ਨੇ ਬੜੀ ਸਿਆਣਪ ਨਾਲ ਇਹ ਫੈਸਲਾ ਲੋਕਾਂ ਨੂੰ ਸੁਣਾਇਆ। ਔਰ ਉਹਦੇ ਵਿੱਚ ਇਹ ਮਸਲਾ ਬੜੀ ਦੇਰ ਦਾ ਲਟਕ ਰਿਹਾ ਸੀਗਾ। ਇਹ 2015 ਦੀ ਗੱਲ ਹੈ ਜਦੋਂ ਇਹ ਵਾਕਿਆ ਹੋਇਆ ਮਲੇਰਕੋਟਲਾ ਵਿੱਚ। ਲੋਕ ਨਿਕਲੇ ਸੀ ਬਾਹਰ, ਪ੍ਰਦਰਸ਼ਨ ਕੀਤਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਲੋਕ ਬਾਹਰ ਆਏ ਸੀਗੇ ਔਰ ਉਹਨਾਂ 'ਤੇ ਅੰਨਾਧੁੰਦ ਗੋਲੀ ਚਲਾਈ ਆ। ਬਹੁਤ ਲੋਕ ਮਰੇ ਆ, ਬਹੁਤ ਲੋਕ ਫੱਟੜ ਹੋਏ ਆ, ਪੁਲਿਸ ਵਾਲੇ ਵੀ ਉਹਦੇ ਵਿੱਚ ਬੜੇ ਜ਼ਖਮੀ ਹੋਏ ਆ, ਮਰੇ ਵੀ ਆ। ਔਰ ਉਹਦੀ ਤਫਤੀਸ਼ ਬੜੀ ਦੇਰ ਤੋਂ ਚੱਲ ਰਹੀ ਸੀ। ਹੁਣ ਸਿਟ ਜਿਹੜੀ ਸਪੈਸ਼ਲ ਇੱਕ ਫੋਰਸ ਬਣਾਈ ਸੀ, ਉਹਨਾਂ ਨੇ ਇਹਦੀ ਸਪੈਸ਼ਲ ਇਨਵੈਸਟੀਗੇਸ਼ਨ ਬਣਾਈ ਔਰ ਉਹਨਾਂ ਨੇ ਉਹਦਾ ਜਵਾਬ ਦਿੱਤਾ। ਔਰ ਉਹਦੇ ਵਿੱਚ ਜੁਡੀਸ਼ਰੀ ਕੋਲ ਚਲੇ ਗਿਆ, ਜੁਡੀਸ਼ਰੀ ਨੇ ਮਸਲਾ ਸੁਣਾਉਣਾ ਸੀਗਾ ਮਾਮਲਾ, ਔਰ ਉਹਦੇ ਵਿੱਚ ਇੱਕ ਬੜੀ ਸਤਿਕਾਰ ਦੀ ਭਾਵਨਾ ਨਾਲ ਉਹਨਾਂ ਨੇ ਡਿਸੀਜਨ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਆ ਅਰਜ਼ੀ ਜਿਹੜੀ ਉਹ ਮੰਨ ਲਈ ਗਈ ਆ, ਉਹਨਾਂ ਦੀ ਜ਼ਮਾਨਤ ਹੋ ਗਈ ਆ। ਔਰ ਉਹਨਾਂ ਨੂੰ ਪਰ ਇਹਨਾਂ ਨੇ ਇਹ ਕਹਿਤਾ ਉਹ 'ਚ 5 ਲੱਖ ਦਾ ਮੁਚਲਕਾ ਪੇਸ਼ ਕਰਨਾ ਪਿਆ ਉਹਨਾਂ ਨੂੰ, ਪਰ ਉਹਨਾਂ ਨੇ ਕਿਹਾ ਕਿ ਬਾਹਰ ਨਹੀਂ ਜਾ ਸਕਦੇ। ਦੂਜਾ ਹੈਗਾ ਕਿ ਇਹਨਾਂ ਦਾ ਅਸਰ ਸੂਖ ਬਹੁਤ ਹੈ, ਉਹਦੇ ਨਾਲ ਲੋਕਾਂ ਨੂੰ ਇਹ ਭਰਮਾਉਣਗੇ ਨਹੀਂ, ਲੋਕਾਂ ਨੂੰ ਇਹ ਨਹੀਂ ਕਹਿਣਗੇ ਕਿ ਤੁਸੀਂ ਸਾਡੇ ਵੱਲ ਹੋ ਜਾਓ, ਤੁਸੀਂ ਉਹਦੇ ਵੱਲ ਹੋ ਜਾਓ, ਲੋਕਾਂ ਵੱਲ ਨਹੀਂ ਜਾਣਗੇ। ਔਰ ਪਾਸਪੋਰਟ ਇਹਨਾਂ ਦਾ ਉਹਨਾਂ ਨੇ ਜ਼ਬਤ ਕਰ ਲਿਆ। ਔਰ ਉਹਦੇ ਵਿੱਚ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦੀ ਉਮਰ ਇਸ ਵੇਲੇ 95 ਸਾਲ। ਉਹ ਜੇ ਤੁਰਦੇ ਜਾਂਦੇ ਆ ਤਾਂ ਉਹਨਾਂ ਨੂੰ ਇੱਕ ਦੂਜੇ ਦੇ ਮੋਢਿਆਂ 'ਤੇ ਹੱਥ ਰੱਖ ਕੇ ਜਾਂਦੇ ਆ, ਵਾਸ਼ਰੂਮ ਤੱਕ ਵੀ ਇਸ ਤਰ੍ਹਾਂ ਜਾਂਦੇ ਆ। ਇਹ ਬੜੀ ਸਤਿਕਾਰ ਦੀ ਭਾਵਨਾ ਨਾਲ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਨਹੀਂ ਆਇਆ ਜਾਣਾ, ਕੋਰਟ 'ਚ ਨਹੀਂ ਆ ਸਕਦੇ, ਕੁਝ ਨਹੀਂ ਹੋਣਾ, ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਪਰ ਰਹੀ ਗੱਲ ਅੱਗੇ ਸੁਖਬੀਰ ਬਾਦਲ ਜੀ ਵੀ, ਉਹ ਵੀ ਇਸ ਤਰ੍ਹਾਂ ਦੀਆਂ ਉਹਨਾਂ ਨੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ, ਉਹ ਵੀ ਜਾ ਸਕਦੇ ਨੇ। ਜੇ ਗਏ ਤਾਂ ਅੱਗੇ ਜਿਹੜੀ ਹਾਈ ਕੋਰਟ ਆ, ਪੰਜਾਬ ਹਰਿਆਣਾ ਦੀ ਹਾਈ ਕੋਰਟ 'ਚ ਵੀ ਜਾ ਸਕਦੇ ਆ, ਅਰਜੀ ਸਬਮਿਟ ਕਰ ਸਕਦੇ ਆ। ਅਜੇ ਸੁਪਰੀਮ ਕੋਰਟ ਵੀ ਆ, ਕਈ ਕੁਛ ਹੈਗਾ। ਪਰ ਦੇਖੋ ਕਈ ਵਾਰੀ ਜਿਹੜੀਆਂ ਹੁੰਦੀਆਂ ਸੈਸ਼ਨ ਕੋਰਟ ਆ, ਕਈ ਵਾਰੀ ਫੈਸਲਾ ਉਹਨਾਂ ਦਾ ਬਰਕਰਾਰ ਉਹੀ ਰਹਿੰਦਾ ਦੂਸਰੀਆਂ ਹਾਈ ਕੋਰਟ ਦੇ ਵਿੱਚ ਵੀ। ਔਰ ਹੁਣ ਉਹਦੇ ਵਿੱਚ ਇਹ ਹੈ ਕਿ ਜੇ ਲੋਕ ਇਹਨਾਂ ਦੇ ਵਕੀਲ ਜਿਹੜੇ ਆ ਬੜੇ ਸਿਆਣੇ ਨੇ, ਸੂਝਵਾਨ ਨੇ, ਉਹਨਾਂ ਨੇ ਵੀ ਸਾਰੀ ਉਹ ਜ਼ਿਰਾ ਕਰਨਗੇ, ਬਹਿਸ ਕਰਨਗੇ ਅੱਗੇ ਜਾ ਕੇ ਕਿ ਜੇ ਬਾਦਲ ਵੱਡੇ ਨੂੰ ਤਾਂ ਦੇ ਦਿੱਤੀ ਇਹਨਾਂ ਨੇ ਜ਼ਮਾਨਤ, ਉਹਨਾਂ ਨੂੰ ਕਿਉਂ ਨਹੀਂ ਦਿੱਤੀ, ਕਿਉਂਕਿ ਲੋਕਾਂ ਦੀ ਇਹ ਵੀ ਆਲੋਚਨਾ ਕਿ ਕੇਸ ਤਾਂ ਸੇਮ ਹੀ ਹੈਗਾ। ਔਰ ਦੂਜੀ ਗੱਲ ਹੈਗੀ ਕਿ ਜਿਹੜੇ ਸੁਖਬੀਰ ਬਾਦਲ ਜੀ ਉਦੋਂ ਸੀ ਗੜਗਾਵਾਂ ਇੱਕ ਰੈਸਟੋਰੈਂਟ ਹੋਟਲ ਦੇ ਵਿੱਚ ਸੀਗੇ ਜਿਸ ਦਿਨ ਇਹ ਵਾਕਿਆ ਹੋਇਆ, ਉਹ ਪੰਜਾਬ ਵਿੱਚ ਨਹੀਂ ਸੀ।
ਪਰ ਇਹਨਾਂ ਨੇ ਕਿਹਾ ਤੁਸੀਂ ਤੇ ਗ੍ਰਹਿ ਮੰਤਰੀ ਜੇ, ਜਦੋਂ ਪੰਜਾਬ 'ਚ ਇਹ ਹੋ ਗਿਆ, ਇੰਨਾ ਬਲੱਡ ਸ਼ੈਡ ਹੋ ਰਿਹਾ, ਤੁਸੀਂ ਉੱਥੇ ਕੀ ਮੌਜਾਂ ਮਾਣ ਰਹੇ ਜੇ, ਤੁਹਾਨੂੰ ਪਤਾ ਨਹੀਂ ਪੰਜਾਬ ਵਿੱਚ ਕੀ ਹੋ ਗਿਆ। ਔਰ ਇਹ ਵੀ ਕੋਰਟ ਨੇ ਉਹਨੂੰ ਆਪਣੇ ਤਰੀਕੇ ਨਾਲ ਲੈ ਕੇ ਉਹਨਾਂ ਨੇ ਇਹਦਾ ਰੋਸ ਪ੍ਰਗਟਾਇਆ ਕਿ ਸੁਖਬੀਰ ਬਾਦਲ ਨੂੰ ਉੱਥੇ ਨਹੀਂ ਸੀ ਠਹਿਰਨਾ ਚਾਹੀਦਾ, ਫੌਰੀ ਤੌਰ ਤੇ ਪੰਜਾਬ ਆ ਕੇ ਲੈਂਡ ਕਰ ਜਾਣਾ ਚਾਹੀਦਾ ਸੀ, ਕਿਉਂਕਿ ਜਹਾਜ਼ 'ਤੇ ਆਉਣਾ ਸੀ, ਇਹਨਾਂ ਕੋਈ ਟ੍ਰੇਨ 'ਤੇ ਤਾਂ ਆਉਣਾ ਨਹੀਂ ਸੀਗਾ। ਔਰ ਇਹਨਾਂ ਗੱਲਾਂ ਕਰਕੇ ਉਹਨਾਂ ਦੀ ਜ਼ਮਾਨਤ ਤੋਂ ਹੋ ਗਈ ਰੱਦ। ਔਰ ਵੱਡੇ ਬਾਦਲ ਸਾਹਿਬ ਇਸ ਵੇਲੇ ਬਿਲਕੁਲ ਠੀਕ ਨੇ। ਔਰ ਇਹਦੇ ਵਿੱਚ ਇਹ ਵੀ ਹੈਗਾ ਕਿ ਇਲੈਕਸ਼ਨ ਲਈ ਆਉਂਦੇ ਨੇ, ਜਦੋਂ ਸੁਖਬੀਰ ਬਾਦਲ ਜੀ ਜ਼ਿਮਨੀ ਚੋਣਾਂ ਆ ਰਹੀਆਂ, ਜਲੰਧਰ ਦੀ ਜ਼ਿਮਨੀ ਚੋਣਾਂ 'ਚ ਵੀ ਅੱਗੇ ਹੋਏ ਆ, ਲੁਧਿਆਣਾ ਜੇ ਆਏ ਸੀ, ਉਹਨਾਂ ਨੇ ਇੱਕ ਨੋਮੀਨੇਸ਼ਨ ਦਾ ਦੇਤਾ ਵੀ ਇਹਨਾਂ ਨੂੰ ਟਿਕਟ ਮਿਲੂਗੀ, ਉਹ ਵੀ ਟਿਕਟਾਂ ਦੀ ਵੰਡ ਵੰਡਾਈ ਦਾ ਵੀ ਕੰਮ ਸ਼ੁਰੂ ਕਰਤਾ, ਜ਼ਿਮਨੀ ਚੋਣਾਂ ਦਾ ਵੀ ਆ। ਪਰ ਅਜੇ ਜਿੱਥੇ ਆਇਆ ਖਤਰੇ ਤੋਂ ਖਾਲੀ ਨਹੀਂ, ਕਿਤੇ ਵੀ ਇਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਆ, ਕਿਉਂਕਿ ਇਸ ਵੇਲੇ ਜ਼ਮਾਨਤ ਰੱਦ ਹੋ ਗਈ ਇਹਨਾਂ ਦੀ। ਹੁਣ ਇਹਨਾਂ ਨੂੰ ਸੋਚ ਸਮਝ ਕੇ ਚੱਲਣਾ ਪਊਗਾ ਆਪਣੇ ਤਰੀਕੇ ਨਾਲ, ਕਿਉਂਕਿ ਇਲੈਕਸ਼ਨ ਵੀ ਆ ਰਹੀ ਹੈ, ਕਈ ਕੁਝ ਚੀਜ਼ਾਂ ਪਹੁੰਚ ਰਹੀਆਂ ਨੇ। ਪਰ ਇਹ ਜਿਹੜੀ ਇਸ ਵੇਲੇ ਡਿਸੀਜਨ ਹੋਇਆ, ਇਹ ਤੋਂ ਲੋਕ ਬਿਲਕੁਲ ਠੀਕ ਨੇ, ਸ਼ਾਂਤ ਨੇ, ਪੰਜਾਬ ਵਿੱਚ ਕੋਈ ਹਫੜਾ ਦਫੜੀ ਨਹੀਂ ਹੋਈ, ਲੋਕਾਂ ਨੇ ਸਿਰ ਮੱਥੇ ਜਿਹੜਾ ਕੋਰਟ ਦਾ ਜਿਹੜਾ ਡਿਸੀਜਨ ਆ ਉਹਨੂੰ ਮੰਨਿਆ, ਇਸੇ ਕਰਕੇ ਕਿ ਪੰਜਾਬ ਸ਼ਾਂਤ ਰਹੇ। ਬਿਲਕੁਲ ਜੀ, ਪੰਜਾਬ ਸ਼ਾਂਤ ਰਹਿਣਾ ਚਾਹੀਦਾ ਹੈ। ਔਰ ਇੱਕ ਤਰ੍ਹਾਂ ਨਾਲ ਅਸੀਂ ਦੇਖਦੇ ਹਾਂ ਨਾ, ਕਿਸਾਨ ਅੰਦੋਲਨ ਨੇ ਜੋ ਰਾਹ ਦਿਖਾ ਦਿੱਤਾ ਹੈ ਕਿ ਸ਼ਾਂਤ ਰਹਿ ਕੇ ਕਿੱਦਾਂ ਆਪਣੇ ਮੁੱਦਿਆਂ ਨੂੰ ਲੈ ਕੇ ਤੁਸੀਂ ਸ਼ਾਂਤ ਰਹਿ ਕੇ ਪ੍ਰਦਰਸ਼ਨ ਵੀ ਕਰ ਸਕਦੇ ਹੋ ਔਰ ਸਰਕਾਰ ਦੇ ਉੱਤੇ ਪ੍ਰੈਸ਼ਰ ਵੀ ਪਾ ਸਕਦੇ ਹੋ, ਔਰ ਦੇਰ ਸਵੇਰ ਤੁਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਵੀ ਹੋ ਸਕਦੇ ਹੋ, ਕਿਉਂਕਿ ਸ਼ਾਂਤੀ ਦਾ ਰਾਹ ਸਭ ਤੋਂ ਪਿਆਰਾ ਰਾਹ, ਸ਼ਾਂਤੀ ਦੇ ਵਿੱਚ ਹੀ ਤਰੱਕੀ ਹੋ ਸਕਦੀ ਹੈ। ਜ਼ਰੂਰ। ਸੋ ਆਪਾਂ ਹੁਣ ਚਾਲੇ ਪਾਈਏ। ਹਾਂ ਬਿਲਕੁਲ ਜ਼ਰੂਰ। ਤੇ ਸਾਡੇ ਸਾਰੇ ਦਰਸ਼ਕ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰਨ ਤੇ ਸਾਨੂੰ ਆਪਣੇ ਵਿਚਾਰ ਇਨਬਾਕਸ ਕਰਨ। ਚਲੋ ਬਲਕਾਰ ਜੀ, ਸਤਿ ਸ਼੍ਰੀ ਅਕਾਲ।